एक दूनी दूनी दो दूनी चार, एक दूनी दूनी दो दूनी चार, एक दूनी दूनी दो दूनी चार, तीन दूनी छह। सीतो, हाँ जी। रुक। किधर भजी जानी है? तेरी माँ क्यों नहीं आई साडे काम करन? मेरी बीबी बीमार है। बीमार है? तू अपने बापू नु कहीं मैनू आके मिले। कहीं सरपंचनी ने बुलाया, जरूरी काम है, जल्दी आके मिले। अच्छा जी। एक दूनी दूनी दो दूनी है। तू स्कूल जानी है? सचो सच दस। नहीं जी। फिर ये पढ़ा कित्थों सीखिया? बस उन जी। एक दूनी दूनी दो दूनी चार, तीन दूनी छह। आ गई सी तो इन्ना चिर लाता आ गया एडी टेढ़ी मेढ़ी रोटी। बीबी बीमार है ना, कहंदी सी मैं तो रोटी नहीं बनदी, इसलिए मैं अपने हत्था ना बना के ले आई हां। चल ठीक है, आज जाके स्कूलों पानी भर लिया। ਬੱਚਿਓ ਅੱਜ ਆਪਾਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਦੇ ਬਾਰੇ ਗੱਲ ਕਰਾਂਗੇ। ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਨੇ ਆਪ ਭਾਵੇਂ ਬਹੁਤ ਤੰਗੀਆਂ ਤੁਰਸ਼ੀਆਂ ਦੇ ਵਿੱਚ ਪੜ੍ਹਾਈ ਕੀਤੀ ਹੈ, ਪਰ ਸਾਡੇ ਵਾਸਤੇ ਉਹਨਾਂ ਨੇ ਕਾਲਜ ਯੂਨੀਵਰਸਿਟੀਆਂ ਦੇ ਦਰਵਾਜ਼ੇ ਖੋਲ੍ਹ ਕੇ ਦਿੱਤੇ ਨੇ। ਸਾਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਨੇ ਜਿਹਦੇ ਨਾਲ ਅਸੀਂ ਇੱਕ ਚੰਗਾ ਜੀਵਨ ਬਤੀਤ ਕਰ ਸਕਦੇ ਹਾਂ। ਸਾਨੂੰ ਵੋਟ ਦਾ ਅਧਿਕਾਰ ਦਿੱਤਾ ਜਿਹਦੇ ਨਾਲ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਦੁਆਰਾ ਆਪਣੇ ਵਾਸਤੇ ਵਧੀਆ ਸਰਕਾਰ ਚੁਣ ਸਕਦੇ ਹਾਂ, ਜਿਹੜੀ ਸਰਕਾਰ ਸਾਡੇ ਵਾਸਤੇ ਕੰਮ ਕਰੇ। ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਨੇ ਦੱਬੇ ਕੁਚਲੇ ਲਤਾੜੇ ਸਮਾਜ ਦੇ ਵਾਸਤੇ ਬਹੁਤ ਅਨੇਕਾਂ ਕੰਮ ਕੀਤੇ ਨੇ, ਜਿਸ ਦੇ ਕਰਕੇ ਅੱਜ ਦੱਬਿਆ ਕੁਚਲਿਆ ਲਤਾੜਿਆ ਸਮਾਜ ਚੰਗਾ ਜੀਵਨ ਬਤੀਤ ਕਰ ਰਿਹਾ। ਸੁਣ ਰਹੇ ਹੋ ਬੱਚਿਓ ਧਿਆਨ ਦੇ ਨਾਲ। ਤੂੰ ਇੱਥੇ ਕੀ ਕਰਦੀ ਪਈ ਹੈ? ਮੈਂ ਉੱਥੇ ਪਾਣੀ ਉੜੀ ਕੀ ਜਾਣਾ, ਤੂੰ ਇੱਥੇ ਨਲਕੇ ਖੇਡੀ ਜਾਨੀ ਹੈ। ਬਾਪੂ ਮੈਂ ਖੇਡਦੀ ਨਹੀਂ ਸੀ। ਤਾਂ ਫੇਰ ਕੀ ਕਰਦੀ ਪਈ ਹੈ? ਇੱਥੇ ਕਿਉਂ ਖੜੀ ਆ? ਬਾਪੂ ਮੈਂ ਵੀ ਪੜ੍ਹਨਾ ਚਾਹੁੰਦੀ ਹਾਂ, ਮੈਨੂੰ ਵੀ ਸਕੂਲ ਪਾ ਦੇ। ਚੁੱਪ ਕਰ ਜਾ ਤੂੰ। पढ़ना चाहती है, पढ़ के तू बड़ा अफसर लगना। चल कर चल, अगे तेरी माँ ठीक नहीं। रुक रुक नेक चंद, कुड़ी ने को झिड़कदा? कुछ नहीं मास्टर जी, मैं इनू पानी लैन भेजदा तां ये इत्थे खड़ी होके नलके नाल खेडण लग पैंदी है। देख नेक चंद, मैं काफी दिनों तो दिख रहा, ये कुड़ी हर रोज इसे जगह ते आउंदी है ते बड़े ध्यान नाल पाठ सुनदी आ। मैनू लगदा कुड़ी कुछ बन सकदी आ। जे पढ़ना चाहुंदी आ ਤਾਂ ਇਹਨੂੰ ਸਕੂਲੇ ਦਾਖਲਾ ਦਵਾ ਦੇ। ਉਹ ਨਹੀਂ ਮਾਸਟਰ ਜੀ, ਇਹਨੇ ਪੜ੍ਹ ਲਿਖ ਕੇ ਕਿਤੇ ਅਫਸਰ ਬਣਨਾ ਹੈ। ਉਹ ਨਹੀਂ ਨਹੀਂ ਨੇਕ ਚੰਦ, ਜ਼ਮਾਨਾ ਬਦਲ ਗਿਆ ਏ, ਹੁਣ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਰਿਹਾ। ਉਹ ਮਾਸਟਰ ਜੀ ਸਾਨੂੰ ਤਾਂ ਰੋਟੀ ਦੇ ਲਾਲੇ ਪਏ ਆ, ਇਹਦੇ ਸਕੂਲ ਦੇ ਖਰਚੇ ਕਿਹਨੇ ਚੁੱਕਣੇ ਆ? ਕੁੜੀਆਂ ਦੀ ਪੜ੍ਹਾਈ ਲਈ ਤਾਂ ਸਰਕਾਰ ਵੀ ਮਦਦ ਕਰਦੀ ਆ। ਜੇ ਤੂੰ ਕਹੇ ਤਾਂ ਮੈਂ ਤੇਰੀ ਮਦਦ ਕਰ ਦਿੰਦਾ। ਕੋਈ ਨਾ ਮਾਸਟਰ ਜੀ, ਮੈਂ ਇਹਦੀ ਬੀਬੀ ਨਾਲ ਸਲਾਹ ਕਰਾਂਗਾ। ਚੱਲ ਠੀਕ ਹੈ ਨੇਕ ਚੰਦ, ਗੌਰ ਕਰੀ ਮੇਰੀ ਗੱਲ ਤੇ। ਠੀਕ ਹੈ ਜੀ। ਬਾਪੂ ਸਰਪੰਚਣੀ ਨੇ ਤੈਨੂੰ ਸੱਦਿਆ ਸੀ, ਕਹਿੰਦੀ ਸੀ ਕੋਈ ਜ਼ਰੂਰੀ ਕੰਮ ਹੈ, ਛੇਤੀ ਆ ਕੇ ਮਿਲੇ। ਅੱਛਾ ਤੂੰ ਪਹਿਲਾਂ ਕਿਉਂ ਦੱਸਿਆ? ਚੱਲ ਪਹਿਲਾਂ ਉਹਨੂੰ ਮਿਲ ਲੈਣੇ। सत श्री अकाल सरदार साहब। हो सी तो चल, हाँ सरदार साहब सत श्री अकाल कर ना, कर कर। हाँ निगाह थले रख, चल सत श्री अकाल कर। हाँ हाँ कर ना, कर कर। हाँ रुको, नजर च जुत्ती ते ध्यान च हुक्म।
तेरी जमात दे मथे दी तकदीर है लिखिया। याद रहे तेनू भी ते तेरी नस्ल नू भी। बेबे आ नेका मोची आया। ਬਿਠਾ ਇੱਥੇ ਮੈਂ ਆਈ ਹੁਣੇ। ਮਣੀ ਤੂੰ ਸਕੂਲ ਨਹੀਂ ਗਿਆ? ਮੈਨੂੰ ਸਕੂਲ ਜਾਣਾ ਨਹੀਂ ਪਸੰਦ। ਮੈਂ ਤਾਂ ਕੋਠੇ ਤੇ ਪਤੰਗ ਚੜਾਉਣਾ ਚਾਹੁੰਦਾ ਆ। ਮੈਨੂੰ ਤਾਂ ਐਵੇਂ ਬੇਬੇ ਕਿਤਾਬ ਦੇ ਕੇ ਬਿਠਾ ਗਈ। ਮੈਂ ਤਾਂ ਪੜ੍ਹਨਾ ਚਾਹੁੰਦੀ ਆ ਪਰ ਮੇਰਾ ਬਾਪੂ ਮੈਨੂੰ ਸਕੂਲੇ ਹੀ ਨਹੀਂ ਪਾਉਂਦਾ। ਤੂੰ ਪੜ ਕੇ ਕੀ ਕਰਨਾ? ਤੂੰ ਤਾਂ ਵੱਡੀ ਹੋ ਕੇ ਸਾਡੇ ਪਸ਼ੂਆਂ ਦਾ ਗੋਹਾ ਹੀ ਚੱਕਣਾ ਆ। ਨਾ ਮੈਂ ਨਹੀਂ ਚੁੱਕਦੀ ਤੁਹਾਡੇ ਪਸ਼ੂਆਂ ਦਾ ਗੋਹਾ। ਦੇਖੀ ਮੈਂ ਤੇਰੇ ਤੋਂ ਵੱਡੀ ਅਫਸਰ ਬਣੂ। ਚੱਲ ਚੱਲ ਵੱਡੀ ਆਈ ਅਫਸਰ ਬਣਨ ਵਾਲੀ। ਕੀ ਗੱਲ ਨਹੀਂ ਕਿ ਤੇਰੀ ਘਰ ਵਾਲੀ ਕੰਮ ਤੇ ਕਿਉਂ ਨਹੀਂ ਆਉਂਦੀ? ਨਾ ਤੁਹਾਡਾ ਭੁੱਖੇ ਮਰਨ ਦਾ ਇਰਾਦਾ ਹੈ? जी थानू तो पता है मेरी घरवाली दे बच्चा होने वाला है। ਉਹਦੀ ਸਿਹਤ ਠੀਕ ਨਹੀਂ ਰਹਿੰਦੀ, ਉਹ ਇਸ ਕਰਕੇ ਨਹੀਂ ਆਈ। ਨੇਕੇ ਐਵੇਂ ਨਹੀਂ ਸਰਨਾ ਨਾ, ਤੁਹਾਡੀਆਂ ਆਪਣੀਆਂ ਨਹੀਂ ਪੂਰੀਆਂ ਪੈਂਦੀਆਂ, ਨਵੇਂ ਜੀ ਨੂੰ ਕਿੱਥੋਂ ਖਾਓਗੇ? ਅੱਜ ਬੱਚਾ ਹੋਣ ਵਾਲਾ ਹੈ, ਕੱਲ ਬੱਚਾ ਛੋਟਾ ਹੈ ਤਾਂ ਛੁੱਟੀ। ਕੋਈ ਏਦਾਂ ਕਰੋਗੇ ਤਾਂ ਫਿਰ ਮੇਰਾ ਨਹੀਂ ਸਰਨਾ। ਤੂੰ ਮੈਨੂੰ ਹੁਣੇ ਹੀ ਦੱਸ ਦੇ, ਮੈਂ ਆਪਣਾ ਕੋਈ ਇੰਤਜ਼ਾਮ ਕਰ ਲੂੰਗੀ। ਇੱਥੇ ਪਿੰਡ 'ਚ ਬਥੇਰੇ ਕਾਮੀ ਹੈਗੇ, ਕਾਮੀਆਂ ਦੀ ਕਮੀ ਥੋੜੀ ਹੈਗੀ। ਨਾਲੇ ਸਾਡੇ ਘਰ ਤਾਂ ਨਾ ਕੰਮ ਕਰਨ ਨੂੰ ਲੋਕੀ ਤਰਸਦੇ ਐ। नहीं 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 बीबी जी, मैं हुणी लेके आना। वो आऊगी, वो मैं भेजदा हुणी। ਬਾਪੂ ਬੀਬੀ ਬਿਮਾਰ ਹੈ, ਉਹਦੇ ਕੋਲੋਂ ਤਾਂ ਉੱਠ ਵੀ ਨਹੀਂ ਹੁੰਦਾ। तू चुप कर, चुप। ਟੋਟੀਆਂ ਬਣਾਉਣ ਵਾਲੀਆਂ ਤਾਂ ਬਥੇਰੀਆਂ ਮਿਲ ਜਾਂਦੀਆਂ, ਪਸ਼ੂਆਂ ਦਾ ਗੋਹਾ ਕੂੜਾ ਤਾਂ ਇਹੀ ਚੁੱਕ ਸਕਦੀਆਂ। ਨਿੱਕੇ ਮੇਰੀ ਗੱਲ ਸੁਣ, ਜਦ ਤੱਕ ਤੇਰੀ ਘਰ ਵਾਲੀ ਕੰਮ ਤੇ ਨਹੀਂ ਆਂਦੀ ਤਾਂ ਤੂੰ ਆਪਣੀ ਕੁੜੀ ਨੂੰ ਹੀ ਭੇਜ ਦਿਆ ਕਰ ਇੱਥੇ ਕੰਮ ਤੇ। ਵੈਸੇ ਵੀ ਤਾਂ ਇਹਨੇ ਵੱਡੇ ਹੋ ਕੇ ਸਾਡੇ ਡੰਗਰਾਂ ਦਾ ਗੋਹਾ ਹੀ ਚੁੱਕਣਾ। ठीक है ना? ठीक है बीबी जी। सीतो वो टोकरा पिया, मैं लेके आना। नहीं बापू मैं नहीं। वो गोहा पिया। नहीं मैं नहीं जाना बापू। जा पाथियां कर दे जाके। निके तू बैठ, मैं आई। अरे जाग जरा बापू, तरले भी मारा बापू। अरे जाग जरा बापू, तरले भी मारा बापू। ले दे तू के ताबा झाड़ू पोछे लगवाई ना। जटा दिया गोहियां ते हुण मैनू लाई ना। बापू जटा दिया गोहियां ते हुण मैनू लाई ना। माने कहाँ खोतियां जो मैथों खुदवाई ना। जटा दिया गोहियां ते हुण मैनू लाई ना। हाड़ा बापू जटा दिया गोहियां ते लाई ना। आ गई है सी तो ਬਹਿ ਜਾ। ਬੀਬੀ ਬਾਪੂ ਨੂੰ ਕਹਿ ਦੇ ਮੈਨੂੰ ਸਰਪੰਚ ਦੇ ਘਰ ਗੋਹਾ ਚੁੱਕਣ ਨਾ ਭੇਜੇ। ਆ ਜਿਹੜੀ ਤਵੇ ਤੇ ਰੋਟੀ ਪੱਕਦੀ ਹੈ ਨਾ, ਇਹ ਸਰਦਾਰਾਂ ਦਾ ਗੋਹਾ ਚੱਕਣ ਤੇ ਮਿਲਦੀ ਆ। ਬਾਪੂ ਤੇਰਾ ਕੋਈ ਅਫਸਰ ਨਹੀਂ ਲੱਗਾ ਹੈ, ਲੋਕਾਂ ਦੀਆਂ ਜੁੱਤੀਆਂ ਗੰਢਦਾ ਹੈ, ਤਾਂ ਜਾ ਕੇ ਕਿਤੇ ਦਾਲ ਸਬਜ਼ੀ ਦਾ ਹੀਲਾ ਹੋ ਜਾਂਦਾ ਹੈ। ਵੱਡੀ ਆਈ ਕਿ ਸਰਦਾਰਾਂ ਦਾ ਗੋਹਾ ਨਹੀਂ ਚੁੱਕਣਾ। ਬਾਪੂ ਤੂੰ ਮੈਨੂੰ ਪੜ੍ਹਨੇ ਲਾ ਦੇ, ਮੈਂ ਪੜ੍ਹ ਕੇ ਅਫਸਰ ਬਣਾਂਗੀ। ਦੇਖ ਤਾਂ ਟਟਣੀ ਜੀ ਬੋਲਦੀ ਕਿਵੇਂ? ਅਫਸਰ ਬਣਨਾ ਇਹਨੇ। ਔਰ ਸ਼ੁਕਰ ਕਰ ਸਰਦਾਰਾਂ ਦੇ ਸਿਰ ਤੇ ਰੁੱਖੀ ਮਿੱਸੀ ਮਿਲੀ ਜਾਂਦੀ ਆ। ਅਫਸਰ ਤਾਂ ਮੇਰਾ ਆਉਣ ਵਾਲਾ ਪੁੱਤਰ ਬਣੂਗਾ। ਫੇਰ ਦੇਖੀ ਟੌਰ ਨਾ ਕਿਵੇਂ ਤੁਰਦਾ ਮੈਂ ਸਾਰੇ ਪਿੰਡ ਵਿੱਚ, ਸਿਰ ਉੱਚਾ ਕਰਕੇ ਤਾਂ ਛਾਤੀ ਚੌੜੀ ਕਰਕੇ। ਰੁੱਖੀ ਮਿੱਸੀ ਖਾ ਕੇ ਬਾਪੂ ਵਕਤ ਗੁਜ਼ਾਰ ਲੈ, ਆਪਣੀ ਤੂੰ
ਦਾ ਮੁੱਲ ਪੈਂਦਾ ਗੱਲ ਤੂੰ ਭੁਲਾਈ ਨਾ ਅਨਪੜ੍ਹਤਾਂ ਦੀ ਬੱਲੀ ਮੈਨੂੰ ਤੂੰ ਚੜਾਈ ਨਾ ਜੱਟਾਂ ਦੀਆਂ ਗੋਹੀਆਂ ਤੇ ਹੁਣ ਮੈਨੂੰ ਲਾਈ ਨਾ ਊਚ ਨੀਚ ਵਾਲਾ ਪਾਠ ਰੱਟਿਆ ਸ਼ੈਤਾਨਾਂ ਨੇ ਬਾਬੇ ਨਾਨਕ ਦੇ ਨਾਂ ਤੇ ਖੋਲੀਆਂ ਦੁਕਾਨਾਂ ਨੇ ਬਾਬੇ ਨਾਨਕ ਦੇ ਨਾਂ ਤੇ ਖੋਲੀਆਂ ਦੁਕਾਨਾਂ ਨੇ ਇਹੋ ਜਿਹੇ ਪਖੰਡੀਆਂ ਦੇ ਚੱਕਰਾਂ 'ਚ ਆਈ ਨਾ ਜੱਟਾਂ ਦੀਆਂ ਗੋਹੀਆਂ ਤੇ ਹੁਣ ਮੈਨੂੰ ਲਾਈ ਨਾ ओ मासी आ गया मेरा पुत चल पिछो मैं देखा अपने पुत नु ਰੁਕ ਜਾ ਨੇਕਿਆ ਤੇਰੀ ਘਰਵਾਲੀ ਨੇ ਕੁੜੀ ਨੂੰ ਜਨਮ ਦਿੱਤਾ ਆ ਤੇ ਕੁੜੀ ਜਨਮ ਲੈਂਦਿਆਂ ਹੀ ਰੱਬ ਨੂੰ ਪਿਆਰੀ ਹੋ ਗਈ ਸ਼ੁਕਰ ਕਰ ਤੇਰੀ ਘਰਵਾਲੀ ਦੀ ਜਾਨ ਬਚ ਗਈ ਗੱਲ ਸੁਣ ਨੇਕਿਆ ਹੁਣ ਅੱਗੋਂ ਹੋਰ ਜਵਾਕ ਬਣਾਉਣ ਬਾਰੇ ਨਾ ਸੋਚੀ ਤੇਰੀ ਘਰਵਾਲੀ ਅੰਦਰੋਂ ਬਾਲੀ ਕਮਜ਼ੋਰ ਆ ਇਸ ਵਾਰ ਤਾਂ ਮੈਂ ਬਚਾ ਲਿਆ ਪਰ ਅੱਗੋਂ ਆਪਣੇ ਦੁੱਖਾਂ ਦਾ ਕਾਤੋਂ ਰੱਖਦਾ ਹਿਸਾਬ ਨਹੀਂ ਦੁੱਖ ਕੱਟੇ ਜਾਣੇ ਲੈ ਕੇ ਦਿੰਦਾ ਕਿਉਂ ਕਿਤਾਬ ਨਹੀਂ ਮੈਂ ਪੜ੍ਹ ਕੇ ਅਫਸਰ ਬਣਾਂਗੀ ਦੁੱਖ ਕੱਟੇ ਜਾਣੇ ਲੈ ਕੇ ਦਿੰਦਾ ਕਿਉਂ ਕਿਤਾਬ ਨਹੀਂ अफसर तो मेरा आने वाला पुत्र बनूंगा ਸਦੀਆਂ ਦਾ ਰੋਣਾ ਬਾਪੂ ਮੈਨੂੰ ਤੂੰ ਰਵਾਈ ਨਾ ਲਾਲਚ ਦੀ ਮਿੱਟੀ ਬਾਪੂ ਮੈਨੂੰ ਵੀ ਮਿਲਾਈ ਨਾ नसीबो ਮੈਨੂੰ ਮਾਫ ਕਰ ਦੇ ਸੀਤੋ ਦੇ ਬਾਪੂ ਮੈਨੂੰ ਮਾਫ ਕਰ ਦੇ ਇਹਦੇ 'ਚ ਤੇਰਾ ਕੋਈ ਕਸੂਰ ਨਹੀਂ ਆ ਰੱਬ ਦੇ ਭਾਣੇ ਅੱਗੇ ਕਿਹਦੀ ਚੱਲਦੀ ਆ ਸ਼ਾਇਦ ਸਾਡੀ ਕਿਸਮਤ 'ਚ ਹੀ ਪੁੱਤਰ ਦਾ ਸੁੱਖ ਨਹੀਂ ਆ ਤੂੰ ਰੋ ਨਾ ਬਾਪੂ ਮੈਂ ਤੈਨੂੰ ਪੁੱਤਰ ਬਣ ਕੇ ਦਿਖਾਵਾਂਗੀ ਤੇਰੇ ਜੋੜੇ ਗੰਢਿਆਂ ਦਾ ਮੁੱਲ ਐਸਾ ਪਾਉਂਗੀ ਦੇਖਣਗੇ ਸਾਰੇ ਜਦੋਂ ਜੱਜ ਬਣ ਆਉਂਗੀ ਲੱਖ ਤੂੰ ਭਰੋਸਾ ਐਵੇਂ ਟੱਕੇ ਡੋਲੇ ਖਾਈ ਨਾ ਜੱਟਾਂ ਦੀਆਂ ਗੋਹੀਆਂ ਤੇ ਹੁਣ ਮੈਨੂੰ ਲਾਈ ਨਾ ਸੀਤੋ ਦੇ ਬਾਪੂ ਹੁਣ ਤੂੰ ਵੀ ਜਿੱਦ ਨਾ ਕਰੀ ਮੈਂ ਸਰਪੰਚਾਂ ਦੇ ਡੰਗਰਾਂ ਦੇ ਗੋਹੇ ਕੂੜੇ ਦੇ ਨਾਲ ਲੋਕਾਂ ਦੇ ਘਰਾਂ 'ਚ ਵੀ ਕੰਮ ਕਰ ਲੂੰਗੀ ਪਰ ਆਪਣੀ ਸੀਤੋ ਨੂੰ ਜ਼ਰੂਰ ਪੜਾਉਂਗੀ ਇਹਨੇ ਕੀ ਕਰਨਾ ਪੜ ਕੇ ਹੁਣ ਮੈਂ ਤੇਰੀ ਇੱਕ ਨਹੀਂ ਮੰਨਣੀ ਸੀਤੋ ਦੇ ਬਾਪੂ ਮੈਨੂੰ ਆਪਣੀ ਧੀ ਤੇ ਪੂਰਾ ਮਾਣ ਆ ਇਹ ਆਪਣੀ ਧੀ ਨਹੀਂ ਆਪਣਾ ਪੁੱਤਰ ਆਏ ਆਪਣਾ ਪੁੱਤਰ ਆਏ ਠੀਕ ਹੈ ਨਸੀਬੋ ਜਿਵੇਂ ਤੂੰ ਕਹੇ चल जीतो आज मैं तेरा स्कूले दाखला करा ही आना ਹਾਂਜੀ तेरी माँ भी खुश हो जाऊ ओदा भी लामा ला ही देना ਠੀਕ ਆ चल चल मेरा पुत्र सत श्री अकाल सरपंच साहब ਓਏ ਨੇਕਿਆ ਕੁੜੀ ਨੂੰ ਤਿਆਰ ਸ਼ਿਆਰ ਕਰਕੇ ਕਿੱਧਰ ਲੈ ਜਾ ਰਿਹਾ सरदार जी ਇਹਨੂੰ ਨਾ ਪੜਨ ਦਾ ਬਹੁਤ ਸ਼ੌਕ ਆ ਬਹੁਤ ਜਿੱਦ ਕਰਦੀ ਪਈ ਸੀ ਤਾਂ ਸੋਚਿਆ ਇਹਨੂੰ ਸਕੂਲੇ ਦਾਖਲਾ ਹੀ ਦਵਾ ਦਵਾਂ ਓਏ ਤੁਹਾਡੇ ਨਿਆਣਿਆਂ ਨੂੰ ਵੀ ਪੜਨ ਦਾ ਸ਼ੌਂਕ ਪੈ ਗਿਆ ਓ ਕੁੜੀਏ ਤੂੰ ਪੜ ਲਿਖ ਕੇ ਅਫਸਰ ਬਣਨਾ ਹਾਂਜੀ ਓ ਤੇਰੀ ਦੀ ਓਏ ਨੇਕੇ ਦੀ ਕੁੜੀ ਨੇ ਪੜ ਲਿਖ ਕੇ ਅਫਸਰ ਬਣਨਾ ਇਹ ਪੜਨਾ ਲਿਖਣਾ ਅਫਸਰ ਬਣਨਾ ਓਏ ਸਰਦਾਰਾਂ ਦੇ ਨਿਆਣਿਆਂ ਦਾ ਕੰਮ ਹੁੰਦਾ ਉਹ ਤੁਹਾਡਾ ਕੰਮ ਆ ਸਾਡੇ ਡੰਗਰਾਂ ਦਾ ਗੋਹਾ ਚੁੱਕਣਾ ਬਸ ਤੁਸੀਂ ਗੋਹੇ ਤੱਕ ਹੀ ਸੋਚਿਆ ਕਰੋ ਨਹੀਂ ਸਰਦਾਰ ਜੀ
मैं जरूर पढ़ांगी ते वड्डी होके अफसर भी जरूर बनांगी। अच्छा चल दस फिर केड़ी अफसर बनना नेके मोची दी कुड़ी ने? मैं सरपंच बनांगी। ओए नेकिया, ओए अपनी काच रह के गल करया करो। ओए नकेल पाके रखे नू। सरपंच साहब अपने गुस्से ते जरा रोक लगाओ। वोटां दे दिन ने 35% वोट इन्हां छोटी जात वालियां दी हुंदी आ। इस टाइम कोई भी चक्किया कदम नुकसानदायक हो सकदा है। ਇਹ गरीब लोग लालची हुंदे आ। इन्हां नूं अपने हत्थ विच लै के वोट पक्की करो, बाकी बाद विच देखी जावांगे। चल ठीक है। ऐतकी पंचायती चोणां च अपना चोण निशान है। याद रहे तेरी उंगली दे चोण निशान ते जानी चाहिदी है। ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਨੇ ਸਾਨੂੰ ਵੋਟ ਦਾ ਅਧਿਕਾਰ ਦਿੱਤਾ, ਜਿਹਦੇ ਨਾਲ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਦੁਆਰਾ ਆਪਣੇ ਵਾਸਤੇ ਵਧੀਆ ਸਰਕਾਰ ਚੁਣ ਸਕਦੇ ਹਾਂ, ਜਿਹੜੀ ਸਰਕਾਰ ਸਾਡੇ ਵਾਸਤੇ ਕੰਮ ਕਰੇ। राजा बन बापू तेरी हालत फकीराए, भीम ने तक दोंदिया तोड़िया जंजीरां ने, भीम ने तक दोंदिया तोड़िया जंजीरां ने, तोड़िया जंजीरां ने। महापुरुषां दी वोट ठग्गां नूं तू पाई ना। ओए मुंडियो, ओए सर्दी दा मौसम आ रहा, दियो नेके नूं कंबल के। बापू वोट दी तू कीमत भुलाई ना। बापू बापू सोच समझ के वोट पाई, सानू कंबल नहीं चाहिए। चुप कर, एवी ना बोल। ओए नूं समझा के रखा कर। ओए जी सर। ओए मुंडियो, धी नहीं मैं पुੱਤ तेरा लोकी गुण गाउणगे, जिन्ना पिछे फिरे ओही तेरे पिछे आउणगे। बापू जिन्ना पिछे फिरे ओही तेरे पिछे आउणगे। लालच दी मिट्टी बापू मैनू वे मिलाई ना। जट्टां दे गोहियां ते हुण मैनू लाई ना। आजा सीतो, आजा। हाँ सत श्री अकाल जी। हाँ बई ने क्या बड़ा ਤਿਆਰ ਸ਼ਿਆਰ ਹੋਇਆ ਫਿਰਦਾ ਹੈ? नहीं जी, ਵਿਆਹ ਚੱਲਿਆ ਕਿਤੇ? नहीं जी, बस ਅੱਛਾ ਅੱਜ ਨਾਲੇ ਤੂੰ ਸਕੂਲ ਬਾਹਰ ਅੱਡਾ ਵੀ ਨਹੀਂ ਲਾਇਆ। ਮੇਰੀ ਤਾਂ ਸਕੂਲ ਆਉਂਦੀ ਦੀ ਜੁੱਤੀ ਵੀ ਟੁੱਟ ਗਈ। ਤੂੰ ਹੈ ਨਹੀਂ ਸੀਗਾ ਤਾਂ ਮੈਨੂੰ ਨਵੀਂ ਮੰਗਾਉਣੀ ਪਈ। ਆ ਲੈ ਫੜ, ਇਹਨੂੰ ਟਾਂਕਾ ਲਵਾ ਕੇ ਲਿਆ, ਕਿਤੇ ਫੇਕ ਕੰਮ ਆ ਜਾਂਦੀ ਆ। ठीक है जी। मैं ना ਇਹਦਾ ਦਾਖਲਾ ਕਰਾਉਣ ਆਇਆ ਸੀ। ਇਹਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ ਜੀ। ਇਹ ਪੜ ਵੀ ਲਊਗੀ? हाँ सुना सी तो। एक दूनी दो सुना। एक दूनी दूनी, दो दूनी चार, तीन दूनी। उड़ा उड़ा एड़ा भी सुना। उड़ा ऊठ एड़ा। बस बस बस, ਤੂੰ ਇਹ ਸਭ ਕੁਝ ਕਿੱਥੋਂ ਸਿੱਖਿਆ? ਜਦੋਂ ਵੀ ਮੈਂ ਬਾਪੂ ਲਈ ਪਾਣੀ ਭਰਨ ਆਉਂਦੀ ਸੀ ਨਾ, ਉਦੋਂ ਜੋ ਵੀ ਪਾਠ ਪੜਾਇਆ ਜਾਂਦਾ ਸੀ ਮੈਂ ਸਿੱਖ ਲੈਂਦੀ ਸੀ। ਨੇਕਿਆ, ਤੈਨੂੰ ਪੜਾਈਆਂ ਦੇ ਖਰਚਿਆਂ ਦਾ ਪਤਾ? हाँ जी, पर सीतू ना बहुत होशियार है। ये बड़ी होके ना अफसर बनना चाहती है। ਅਫਸਰ? ਅੱਛਾ ਅੱਛਾ, ਚੱਲ ਮੈਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰੂੰਗੀ, ਤੁਸੀਂ ਕੱਲ ਆਇਓ। ਰੁਕ ਜਾ ਨੇਕ ਚੰਦ, ਮੈਨੂੰ ਪੁੱਛਣ ਦੀ ਕੋਈ ਲੋੜ ਨਹੀਂ। ਤੁਸੀਂ ਬੱਚੀ ਦਾ ਦਾਖਲਾ ਫਾਰਮ ਭਰੋ। ਨੇਕਿਆ, ਬਹੁਤ ਵਧੀਆ ਕੀਤਾ ਬਈ, ਜਿਹੜਾ ਤੂੰ ਬੱਚੀ ਨੂੰ ਸਕੂਲੇ ਦਾਖਲ ਕਰਾ ਰਿਹਾ। ਬੱਚੇ, ਕੀ ਨਾਂ ਹੈ ਤੇਰਾ? ਸੀਤੋ। सीतो? सीतो मतलब शीतल कौर। मैडम जी, शीतल दे दाखले, वर्दी ते किताबां दा इंतजाम कराओ। ठीक है सर। ठीक है नेक चंद। सत श्री अकाल जी।
ਨੇਕਿਆ ਬੜਾ ਤਿਆਰ ਸ਼ਿਆਰ ਹੋਇਆ ਆ, ਵਿਆਹ ਚੱਲਿਆ ਕਿਤੇ। ਬੰਦਾ ਆਪਣੇ ਵਿਆਹ ਦੀ ਕਮੀਜ਼ ਕੀ ਪਾ ਲਵੇ, ਸਾਰੇ ਪਿੰਡ ਨੂੰ ਵਿਪਤਾ ਹੀ ਪੈ ਜਾਂਦੀ ਆ। ਇਹਨੂੰ ਨਾ ਸਕੂਲੇ ਦਾਖਲਾ ਦਵਾ ਕੇ ਆਇਆ। ਨੇਕਿਆ ਇਹ ਤੂੰ ਬਹੁਤ ਚੰਗਾ ਕੰਮ ਕੀਤਾ। ਸਾਡੇ ਮਹਾਪੁਰਸ਼ਾਂ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਰੀ ਉਮਰ ਸਾਡੀ ਕੌਮ ਨੂੰ ਇਹ ਗੱਲ ਸਮਝਾਉਣ ਤੇ ਲਾ ਦਿੱਤੀ ਕਿ ਜੀਵਨ ਦਾ ਸਹੀ ਮੂਲ ਗਿਆਨ ਦੀ ਪ੍ਰਾਪਤੀ ਹੈ। ਪਰ ਸਾਡੀ ਕੌਮ ਅੱਜ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਿਖਾਉਣ ਤੇ ਪਿੱਛੇ ਹੈ। ਮੈਂ ਅੱਜ ਤੇਰੇ ਇਸ ਉਪਰਾਲੇ ਤੋਂ ਬਹੁਤ ਖੁਸ਼ ਹਾਂ। ਸ਼ਾਬਾਸ਼ ਧੀਏ, ਖੂਬ ਮਿਹਨਤ ਕਰ ਤੇ ਵੱਡੀ ਹੋ ਕੇ ਆਪਣੀ ਕੌਮ ਦਾ ਨਾਂ ਰੋਸ਼ਨ ਕਰ ਤੇ ਪੜ੍ਹ ਲਿਖ ਕੇ ਸਾਬਤ ਕਰ ਦੇ ਕਿ ਤੂੰ ਬਾਬਾ ਸਾਹਿਬ ਦੇ ਸਿਧਾਂਤਾਂ ਦੀ ਧੀ ਹੈ, ਜਿਸ ਦੀ ਸਾਡੇ ਸਮਾਜ ਅਤੇ ਸਾਡੀ ਕੌਮ ਨੂੰ ਬਹੁਤ ਲੋੜ ਹੈ। ਜੁਗ ਜੁਗ ਜੀ ਧੀਏ, ਖੁਸ਼ ਰਹਿ। ਚੱਲ, ਤੇਰੀ ਮਾਂ ਵੀ ਉਡੀਕਦੀ ਹੋਣੀ ਆ। ਹੁਣ ਨਾ ਤੂੰ ਸਕੂਲ ਦੀਆਂ ਤਿਆਰੀਆਂ ਸ਼ੁਰੂ ਕਰ। ਖੰਭ ਸੋਚਦੇ आओ फैलाइए ज्ञान दे अंबरी उडारियां लाइए जात पात दियां बेड़ियां पैरां विचों लाके सुट दईए सिर जिए सोने रा कदम एक दूजे दे लई पुट लईए करिए गल बराबरता दी दिल नू मिले सकून हाँ दिल नू मिले सकून मैनू भी लगे चंगा मैनू भी लगे चंगा दिल तेरे नू मिले सकून मैनू भी लगे चंगा दिल तेरे नू मिले सकून मैनू भी लगे चंगा दिल तेरे नू मिले सकून युग बराबरता दा माणो गुरुआं दी कुर्बानी विचों आ जाओ उतला लईए मानस की सब जात है को गल ते तेरा लईए इको मिट्टी दे भांडे आपां इको ही साडा खून हाँ इको ही साडा खून ओए मैनू भी लगे चंगा मैनू भी लगे चंगा दिल तेरे नू मिले सकून मैनू भी लगे चंगा दिल तेरे नू मिले सकून मैनू भी लगे चंगा दिल तेरे नू मिले सकून मैनू भी लगे चंगा दिल तेरे नू मिले सकून। हाँ भी दसो काका की करोना चाचा बना दे मनु भी हीरो तू मेरे छित्र पवाने आ सरदार साहब नु पता लग गया ता ओ कट दे चाचा एनू भी मेरे वांगू हीरो बना दे देखता बड़ा हीरो बाल तो बाद चो कट दी पहले तू 2 कप चाह मंगवा सवेर दी चाह भी नहीं पीती ओ तू फुफड़ दी दुकाने आया हुकम ता दे किदा चलाउंदा शाडे दियां गल्लां चाचा तू मनु हीरो बना मेरी कोई जिम्मेवारी नहीं है हो कोई गल नहीं एक घर दे भांडे बेचेगा ਜਿਉਂਦਾ ਰਹਿ ਮੇਰੇ ਸ਼ੇਰ ਪੁੱਤਰਾ। ਉਹ ਮੈਂ ਤਾਂ ਕਦੋਂ ਦਾ ਤੈਨੂੰ ਉਡੀਕਦਾ ਪਿਆ ਸੀ। ਉਹ ਕੀ ਬਣਿਆ ਤੇਰੇ ਨਤੀਜੇ ਦਾ? ਸਰਦਾਰ ਫਤਿਹ ਸਿੰਘ ਦਾ ਪੁੱਤਰ ਆ ਬਾਪੂ, ਕਦੇ ਫੇਲ ਹੋ ਸਕਦਾ? ਓਏ ਬੱਲੇ, ਮਤਲਬ ਪਾਸ ਹੋ ਗਿਆ ਹੈ ਬਾਪੂ। ਕਿੰਨੇ ਨੰਬਰ ਆਏ ਤੇਰੇ? ਓਏ ਹੋਏ ਮੁੰਡੇ ਨੂੰ ਸਾਹ ਤਾਂ ਲੈਣ ਦਿਓ। ਆਂਦੀ ਸਵਾਲ ਜਵਾਬ ਪੁੱਛਣੇ ਸ਼ੁਰੂ ਕਰ ਦਿੱਤੇ। ਪਾਸ ਹੋ ਗਏ ਇੰਨਾ ਹੀ ਬਹੁਤ ਹੈ। ਚੱਲ ਠੀਕ ਹੈ ਫਿਰ ਅੱਜ ਤੋਂ ਆਪਣੀ ਖੇਤੀਬਾੜੀ ਸਾਂਭ। ਉਹ ਬਾਪੂ ਅੱਜ ਤਾਂ ਮੈਂ ਵੱਡੇ ਕਾਲਜ ਜਾਣਾ। ਮੇਰੇ ਨਾਲ ਦਿਆਂ ਸਾਰਿਆਂ ਨੇ ਕਾਲਜ ਐਡਮਿਸ਼ਨ ਲੈ ਲਈ ਹੈ। ਮੈਂ ਨਹੀਂ ਖੇਤੀਬਾੜੀ ਕਰਨੀ, ਮੈਂ ਤੇ ਸ਼ਹਿਰ ਜਾਣਾ। ਠੀਕ ਹੈ ਤੇ ਕਹਿੰਦਾ ਮਨੀ ਨਾ ਅਜੇ ਤਾਂ ਮੇਰੇ ਪੁੱਤ ਦੇ ਹੱਸਣ ਖੇਡਣ ਦੇ ਦਿਨ ਹੈ। ਤੁਸੀਂ ਤਾਂ ਐਵੇਂ ਤੂੰ ਪੁੱਤ ਏਦਾਂ ਕਰ ਤੂੰ ਕੱਲ ਹੀ ਜਾ ਕੇ ਨਾ ਚੰਗੇ ਜਿਹੇ ਕਾਲਜ 'ਚ ਦਾਖਲਾ ਲੈ। ਅਸੀਂ ਨਹੀਂ ਅਜੇ ਖੇਤਾਂ 'ਚ ਮਿੱਟੀ ਹੋਣਾ। ਹਾਂ ਓਏ ਜਿਵੇਂ ਤੁਹਾਡੀ ਮਰਜ਼ੀ। ਕਾਕਾ ਤੂੰ ਕੱਲ ਕਾਲਜ ਜਾ ਕੇ ਦਾਖਲਾ ਲੈ ਲੈ। ਚੰਗਾ ਬਾਪੂ। ਆ ਪੁੱਤ ਮੈਂ ਤੇਰੇ ਲਈ ਨਾ ਬਦਾਮਾਂ ਵਾਲੀ ਖੀਰ ਬਣਾਈ ਹੈ। ਤੂੰ ਥੱਕਿਆ ਹੋਇਆ ਨਾ ਆ ਚੱਲ ਫਿਰ ਤੈਨੂੰ ਖੀਰ ਖਵਾਉਂਦੀ। सर मैं अंदर आ सकती हूँ? हाँ हाँ आओ। सत श्री अकाल जी। आवे नेकचंद बैठ। बह जा बई तेनू बहुत बहुत मुबारक होवे। हर साल दी तरह
ਇਸ ਵਾਰ ਵੀ ਸੀਤਲ ਪੂਰੇ ਜ਼ਿਲ੍ਹੇ ਵਿੱਚੋਂ ਅੱਵਲ ਆਈ ਆ। ਇਹ ਤਾਂ ਸਭ ਤੁਹਾਡੀ ਮਿਹਰਬਾਨੀ ਹੈ ਪ੍ਰਿੰਸੀਪਲ ਸਾਹਿਬ। ਉਹ ਨਹੀਂ ਨੇਕ ਚੰਦ, ਇਹ ਤਾਂ ਸਭ ਸ਼ੀਤਲ ਦੀ ਮਿਹਨਤ ਦਾ ਨਤੀਜਾ ਆ। ਮੈਂ ਚਾਹੁੰਦਾ ਆ ਕਿ ਸ਼ੀਤਲ ਵਰਗੀ ਹੁਣ ਹਰ ਬੱਚੀ ਦੀ ਪੜ੍ਹਾਈ ਦਾ ਸਫ਼ਰ ਇੱਥੇ ਹੀ ਖਤਮ ਨਹੀਂ ਹੋਣਾ ਚਾਹੀਦਾ। ਮੈਂ ਚਾਹੁੰਦਾ ਆ ਤੂੰ ਇਹਨੂੰ ਸ਼ਹਿਰ ਦੇ ਵੱਡੇ ਕਾਲਜ ਵਿੱਚ ਦਾਖਲਾ ਲੈ ਦੇ। ਵੱਡੇ ਕਾਲਜ ਲਈ ਪੈਸੇ ਕਿੱਥੋਂ ਲਿਆਵਾਂਗਾ? ਕਿਹੜੀਆਂ ਸੋਚਾਂ 'ਚ ਪੈ ਗਿਆ ਨੇਕ ਚੰਦ? ਓਏ ਕਾਲਜ ਦੇ ਖਰਚੇ ਤੇ ਸਕਾਲਰਸ਼ਿਪ ਦਾ ਇੰਤਜ਼ਾਮ ਮੈਂ ਕਰਵਾ ਦੂੰਗਾ। ਠੀਕ ਹੈ ਪ੍ਰਿੰਸੀਪਲ ਸਾਹਿਬ, ਜਿਵੇਂ ਤੁਸੀਂ ਠੀਕ ਸਮਝੋ। ਵੈਰੀ ਗੁੱਡ, ਬੈਸਟ ਆਫ ਲੱਕ ਸ਼ੀਤਲ। ਥੈਂਕ ਯੂ ਸੋ ਮਚ ਸਰ। ਇਹਨੇ ਕਿਹਾ ਇਹ ਤਾਂ ਕਿੰਨੀ ਸੋਹਣੀ ਅੰਗਰੇਜ਼ੀ ਬੋਲਦੀ ਹੈ। ਇਹਦੀ ਮਾਂ ਸਹੀ ਕਹਿੰਦੀ ਸੀ, ਇਹ ਸੱਚੀ ਬਹੁਤ ਸ਼ਾਨਦਾਰ ਹੈ। ਸਤਿ ਸ਼੍ਰੀ ਅਕਾਲ ਜੀ। ਉਹ ਨੇਕਿਆ, ਉਹ ਸਰਕਾਰੀ ਕਣਕ ਮਿਲਦੀ ਸੀ, ਲੈ ਆਂਦੀ ਕਿੱਥੋਂ? ਸਰਪੰਚਾਂ ਦੀ ਹਵੇਲੀਓਂ। ਉਹ ਮੈਨੂੰ ਤਾਂ ਚੇਤਾ ਹੀ ਭੁੱਲ ਗਿਆ ਸੀ। ਅਸੀਂ ਤਾਂ ਤੂੰ ਘਰ ਚੱਲ, ਮੈਂ ਕਣਕ ਲੈ ਕੇ ਆ। ਨਹੀਂ ਬਾਪੂ, ਮੈਂ ਵੀ ਜਾਣਾ ਤੇਰੇ ਨਾਲ। ਤੂੰ ਕੀ ਕਰਨਾ ਉੱਥੇ ਜਾ ਕੇ? ਨਹੀਂ ਬਾਪੂ, ਮੈਂ ਵੀ ਜਾਣਾ। ਉਹ ਮੈਂ ਕਹਿੰਦਾ ਉਹਨੂੰ ਵੀ ਨਾਲ ਹੀ ਲੈ ਚੱਲ, ਹੋਰ ਨਾ ਜਾਂਦੇ ਉਹਨੂੰ ਕਣਕ ਹੀ ਮੁੱਕ ਜਾਵੇ। ਚੱਲ ਜਲਦੀ ਕਰੋ, ਕਣਕ ਵੀ ਜ਼ਰੂਰੀ ਹੈ। ਓਏ ਟਰੈਕਟਰਾਂ ਵਾਲੇ ਵੀ ਕਣਕ ਲਈ ਜਾਂਦੇ ਆ। ਓਏ ਲੈ ਜਾ, ਤੇਰੀ ਕਿਸਮਤ ਨੂੰ ਆਖਰੀ ਬੋਰੀ ਪਈ ਸੀ ਕਣਕ ਦੀ। ਓਏ ਧਿਆਨ ਦੇ ਨਾਲ, ਓਏ ਕਣਕ ਦੇ ਚੱਕਰ 'ਚ ਆਪਣੀ ਜਾਨ ਨਾ ਕਢਾ ਲਈ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਓਏ ਆ ਵੀ ਨੇਕਿਆ, ਕਿਵੇਂ ਆਣਾ ਹੋਇਆ? ਸਰਦਾਰ ਸਾਹਿਬ, ਉਹ ਕਣਕ ਲੈਣੀ ਸੀ। ਉਹ ਨੇਕਿਆ, ਤੁਸੀਂ ਆਉਣ 'ਚ ਥੋੜੀ ਜਿਹੀ ਦੇਰ ਕਰਤੀ। ਇਸ ਮਹੀਨੇ ਦੀ ਕੋਟੇ ਦੀ ਕਣਕ ਤਾਂ ਹੋ ਗਈ ਖਤਮ। ਹੁਣ ਤੁਸੀਂ ਅਗਲੇ ਮਹੀਨੇ ਆਇਓ, ਜਾਓ। ਪਰ ਸਰਪੰਚ ਸਾਹਿਬ, ਐਨੀ ਜਲਦੀ ਕਣਕ ਕਿਵੇਂ ਮੁੱਕ ਸਕਦੀ ਹੈ? ਤੂੰ ਚੁੱਪ ਕਰ। ਸਰਦਾਰ ਸਾਹਿਬ ਸਹੀ ਕਹਿ ਰਹੇ ਹੋਣੇ, ਕਣਕ ਸੱਚੀ ਮੁੱਕ ਗਈ ਹੋਣੀ ਆ। ਤੂੰ ਚੱਲ, ਆਪਾਂ ਅਗਲੀ ਵਾਰੀ ਲੈ ਲਵਾਂਗੇ। ਚੱਲ। ਨਹੀਂ ਬਾਪੂ, ਤੂੰ ਜ਼ਰਾ ਰੁਕ ਤਾਂ ਸਹੀ। ਅੱਜ ਬਾਬਾ ਸਾਹਿਬ ਦੀ ਧੀ ਨੂੰ ਨਾ ਰੋਕੀ। ਸਰਦਾਰ ਸਾਹਿਬ, ਪਿੰਡ ਦੇ ਕੁਝ ਅਜਿਹੇ ਬੰਦੇ ਵੀ ਕਣਕ ਲੈ ਗਏ ਜਿਹੜੇ ਇਸ ਦੇ ਹੱਕਦਾਰ ਵੀ ਨਹੀਂ। ਅੱਜ ਤੱਕ ਪੂਰੇ ਪਿੰਡ 'ਚ ਸਰਦਾਰ ਫਤਿਹ ਸਿੰਘ ਦੇ ਸਾਹਮਣੇ ਬੋਲਣ ਦੀ ਹਿੰਮਤ ਕਿਸੇ ਨੇ ਨਹੀਂ ਕੀਤੀ। ਸਰਕਾਰੀ ਕਣਕ ਤੇ ਕਿਸ ਦਾ ਹੱਕ ਹੈ ਤੇ ਕਿਸ ਦਾ ਨਹੀਂ, ਇਹ ਹੁਣ ਤੂੰ ਸਾਨੂੰ ਦੱਸੇਂਗੀ? ਸਰਦਾਰ ਸਾਹਿਬ, ਪੂਰੇ ਪਿੰਡ ਵਿੱਚ 500 ਘਰ ਹਨ, ਜਿਨ੍ਹਾਂ ਵਿੱਚੋਂ 35% ਆਬਾਦੀ ਦਲਿਤ ਸਮਾਜ ਦੀ ਹੈ। ਪੂਰੇ ਪਿੰਡ ਵਿੱਚ 65% ਆਬਾਦੀ ਉਹਨਾਂ ਲੋਕਾਂ ਦੀ ਹੈ ਜਿਹੜੇ ਗਰੀਬੀ ਰੇਖਾ ਦੇ ਅਧੀਨ ਆਉਂਦੇ ਆ। ਇਸ ਲਈ ਸਰਕਾਰੀ ਅਨਾਜ ਦੇ ਹੱਕਦਾਰ ਉਹ 65% ਲੋਕ ਹਨ, ਨਾ ਕਿ ਉਹ ਲੋਕ ਜਿਨ੍ਹਾਂ ਦੇ ਘਰ ਪਹਿਲਾਂ ਹੀ ਬੁਰੀਆਂ ਮੱਝਾਂ ਤੇ ਆਪਣੀ ਖੇਤੀ ਹੈ। ਨਾ ਤੇਰੇ ਕਹਿਣ ਦਾ ਕੀ ਮਤਲਬ ਹੈ ਕਿ ਸਰਕਾਰੀ ਕਣਕ ਮੈਂ ਆਪਣੇ ਰਿਸ਼ਤੇਦਾਰਾਂ 'ਚ ਵੰਡਦੀ? ਸਰਪੰਚ ਸਾਹਿਬ, ਸਰਕਾਰ ਨੇ ਨੀਲੇ ਕਾਰਡਾਂ ਦੀ ਸੁਵਿਧਾ ਉਹਨਾਂ ਵਸਨੀਕਾਂ ਨੂੰ ਦਿੱਤੀ ਹੈ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਆਉਂਦੇ ਆ। ਮੈਂ ਹੁਣੇ ਬੇਰੀ ਵਾਲੇ ਜਰਨੈਲ ਤਾਏ ਦੇ ਮੁੰਡੇ ਨੂੰ ਕਣਕ ਲੈ ਕੇ ਜਾਂਦੇ ਦੇਖਿਆ। ਉਹਨਾਂ ਦੇ ਘਰ ਆਪਣਾ ਟਰੈਕਟਰ ਹੈ, ਮੁੰਡਿਆਂ ਕੋਲ ਮੋਟਰਸਾਈਕਲ ਹੈ ਤੇ ਆਪਣੀ ਖੇਤੀ। ਉਹ ਕਿੱਥੋਂ ਗਰੀਬ ਹੋਏ? ਨਾ ਤੇ ਉਹ ਇਹ ਨੀਲੇ ਕਾਰਡਾਂ ਦੇ ਹੱਕਦਾਰ ਹਨ ਤੇ ਨਾ ਇਹ ਸਰਕਾਰੀ ਅਨਾਜ ਦੇ। ਨਾ ਤੂੰ ਹੁਣ ਸਾਨੂੰ ਹੱਕਾਂ ਬਾਰੇ ਦੱਸੇਂਗੀ, ਨਾ 4 ਜਮਾਤਾਂ ਪੜ੍ਹ ਕੇ ਤੂੰ ਸਰਦਾਰ ਫਤਿਹ ਸਿੰਘ ਨੂੰ ਮਤਾ ਦੇਂਗੀ। ਤੈਨੂੰ ਪਤਾ ਤੇਰੀ ਇਸ ਗਲਤੀ ਦਾ ਤੈਨੂੰ ਕੀ ਹਰਜਾਨਾ ਭੁਗਤਣਾ ਪਊ? ਉਹ ਮੈਨੂੰ ਇੱਕ ਗੱਲ ਦੱਸ, ਉਹ ਸਾਡੇ ਸਾਹਮਣੇ ਬੋਲਣ ਦੀ ਤੇਰੇ 'ਚ ਹਿੰਮਤ ਕਿੱਥੋਂ ਆਈ? ਸਰਪੰਚ ਸਾਹਿਬ, ਇਹ ਹਿੰਮਤ ਸਾਨੂੰ ਬਾਬਾ ਸਾਹਿਬ ਨੇ ਦਿੱਤੀ ਹੈ। ਉਹਨਾਂ ਨੇ ਸਾਨੂੰ ਆਪਣੇ ਹੱਕਾਂ ਲਈ ਲੜਨਾ ਸਿਖਾਇਆ। ਉਹਨਾਂ ਨੇ ਪੂਰੇ ਦੇਸ਼ ਦੇ ਦਲਿਤ ਸਮਾਜ ਲਈ ਆਪਣੀ ਜਾਨ ਤੱਕ ਵਾਰ ਦਿੱਤੀ ਤੇ ਮੈਂ ਵੀ ਉਹਨਾਂ ਦੀ ਧੀ ਹਾਂ। ਮੈਂ ਵੀ ਆਪਣੇ ਦਲਿਤ ਸਮਾਜ ਨਾਲ ਧੱਕਾ ਨਹੀਂ ਹੋਣ ਦਵਾਂਗੀ। ਓਏ ਨੇਕਿਆ, ਆਪਣੀ ਧੀ ਨੂੰ ਹੁਣੇ ਰੋਕ ਲੈ। ਇਹਨੂੰ ਕਹਿ ਆਪਣੀ ਔਕਾਤ ਨਾ ਭੁੱਲੇ। ਓਏ ਸਰਦਾਰ ਫਤਿਹ ਸਿੰਘ ਨਾਲ ਪੰਗਾ ਬਹੁਤ ਮਹਿੰਗਾ ਪੈ ਸਕਦਾ। ਓਏ ਜਿਸ ਥਾਲੀ 'ਚ ਖਾਣੇ ਹੋ ਉਸੇ 'ਚ ਛੇਕ ਕਰੀ ਜਾਂਦੇ ਹੋ। ਓਏ ਇਹਨੂੰ ਸਮਝਾ ਲੈ ਕਿ ਅੱਜ ਤੋਂ ਬਾਅਦ ਜੇ ਜ਼ੁਬਾਨ ਮੇਰੇ ਸਾਹਮਣੇ ਖੁੱਲੀ ਤਾਂ ਕੀੜੀਆਂ ਵਾਂਗੂ ਮਸਲ ਕੇ ਰੱਖ ਦੂੰਗਾ, ਮਸਲ ਕੇ। ਸਰਪੰਚ ਸਾਹਿਬ, ਫਿਕਰ ਨਾ ਕਰੋ। ਸਿਆਣੇ ਕਹਿੰਦੇ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਇੱਕ ਕੀੜੀ ਕਾਫੀ ਹੁੰਦੀ ਹੈ। ਥੋੜੀ ਦੇਰ ਰੁਕ ਜਾਓ।
ਇਹ ਹੱਕ ਤੇ ਸੱਚ ਦਾ ਫੈਸਲਾ ਬਹੁਤ ਜਲਦ ਹੋ ਕੇ ਹੀ ਰਹੇਗਾ। ਮਾਫ ਕਰ ਦਿਓ ਸਰਪੰਚ ਸਾਹਿਬ, ਇਹ ਤਾਂ ਨਿਆਣੀ ਆ, ਅਸੀਂ ਅਗਲੀ ਵਾਰੀ ਕਣਕ ਲੈ ਲਵਾਂਗੇ। ਚੱਲ ਅੱਛਾ ਜੀ ਸਰਪੰਚ ਸਾਹਿਬ। हद ही हो गई इस बार। ਇੱਕ ਬੋਰੀ ਨਾਲ ਮਸੀਂ ਮਹੀਨਾ ਲੰਘਦਾ, ਐਤਕੀ ਤਾਂ ਸੋਚੀ ਪਾਤਾ। ਸਹੀ ਗੱਲ। ਚੱਲ ਕਣਕ ਅਗਲੀ ਵਾਰ ਸਹੀ। ਚੰਗਾ, ਮੈਂ ਫਿਰ ਚੱਲਦਾ। ਚੰਗਾ, ਚੱਲ ਸੀਤੋ। देख सीतो, तू सरपंच साहब दे अगे बोल के ठीक नहीं कीता। वो साडे माई बाप ने, साडी इन्नी औकात नहीं है कि असी उन्हां नाल सवाल जवाब कर सकीए। असी छोटी जाते हैं ते असी उन्हां सरदारां दा मुकाबला उन्हां दी बराबरी नहीं कर सकते। ਬਾਪੂ, ਇਹ ਜਾਤ ਪਾਤ ਅਮੀਰੀ ਗਰੀਬੀ ਨੂੰ ਖਤਮ ਕਰਨ ਲਈ ਬਾਬਾ ਸਾਹਿਬ ਨੇ ਪੂਰੀ ਜ਼ਿੰਦਗੀ ਆਪਣੀ ਦਾਅ ਤੇ ਲਾ ਦਿੱਤੀ। ਬਾਬਾ ਸਾਹਿਬ ਨੇ ਸਾਡੇ ਹੱਕਾਂ ਲਈ ਸੰਘਰਸ਼ ਕੀਤਾ। ਜੇ ਅੱਜ ਵੀ ਅਸੀਂ ਮਨੋਵਾਦ ਦੇ ਗੁਲਾਮ ਰਹੇ, ਇਸ ਦਾ ਮਤਲਬ ਉਹਨਾਂ ਦੁਆਰਾ ਕੀਤੀ ਮਿਹਨਤ, ਸੰਘਰਸ਼ ਤੇ ਕੁਰਬਾਨੀਆਂ ਸਭ ਵਿਅਰਥ ਗਈਆਂ। ਬਾਪੂ, ਸਾਨੂੰ ਮਨੋਵਾਦ ਤੋਂ ਡਰਨ ਦੀ ਨਹੀਂ, ਲੜਨ ਦੀ ਲੋੜ ਹੈ। ਬਾਪੂ, पर धीए असी इन्हां सरदारां दा, इन्हां शाहूकारां दा मुकाबला किवें कर सकदे हां? साडे कोल तां कुछ भी नहीं। ਸਾਡੇ ਕੋਲ ਹੌਸਲਾ ਤੇ ਹਿੰਮਤ ਹੈ। ਬਾਪੂ, ਤੂੰ ਇੱਕ ਵਾਰ ਮੈਨੂੰ ਕਾਲਜ 'ਚ ਦਾਖਲਾ ਲੈ ਦੇ, ਫੇਰ ਦੇਖੀ ਤੂੰ ਕਲਮ ਦੀ ਤਾਕਤ। ਮੈਨੂੰ ਤਾਂ ਹੁਣ ਤੇਰੇ ਤੋਂ ਡਰ ਲੱਗਣ ਲੱਗ ਪਿਆ ਧੀਏ। ਤੂੰ ਹੈ ਤਾਂ ਕੁੜੀ, ਪਰ ਕੰਮ ਤੇਰੇ ਨਾ ਸਾਰੇ ਮੁੰਡਿਆਂ ਵਾਲੇ ਨੇ। ਮੈਂ ਤਾਂ ਤੈਨੂੰ ਕਿਹਾ ਹੀ ਸੀ ਬਾਪੂ, ਮੈਂ ਤੇਰੀ ਧੀ ਨਹੀਂ, ਤੇਰਾ ਪੁੱਤ ਆ। ਦੇਖੀ ਫੇਰ ਪੁੱਤ ਤੇਰਾ ਕਿਵੇਂ ਨੇਰੀਆਂ ਲਿਆਊ। ਚੱਲ ਹੁਣ ਚੱਲੀਏ। ਗੋਰੇ ਦੀਆਂ ਧੀਆਂ ਨੇ ਤਾਂ ਮੁੱਲ ਤੇ ਜਲਾਇਆ ਏ, ਪੁੱਛ ਜਾ ਕੇ ਮੈਂ ਮੀਨੂ ਸਪੀਲ ਰਹਿ ਕੇ ਆਇਆ ਏ। ਹੱਕਾਂ ਲਈ ਲੜੀਂਦਾ ਬਾਪੂ, ਤਰਲੇ ਤੂੰ ਪਾਈ ਨਾ, ਜੱਟਾਂ ਦੀਆਂ ਗੋਹੀਆਂ ਤੇ ਹੁਣ ਮੈਨੂੰ ਲਾਈ ਨਾ। ਬਾਪੂ, ਜੱਟਾਂ ਦੀਆਂ ਗੋਹੀਆਂ ਤੇ ਹੁਣ ਮੈਨੂੰ ਲਾਈ ਨਾ। ਆ ਗਿਆ ਸੀਤੋ ਤੇ ਬਾਪੂ, ਬਹਿ ਜਾ, ਮੈਂ ਪਾਣੀ ਲੈ ਕੇ ਆਉਣੀ ਆ। ਆ ਲੈ ਪਾਣੀ ਪੀ ਲੈ। ਕੀ ਗੱਲ ਆ, ਬੜਾ ਉਦਾਸ ਲੱਗਦਾ ਹੈ, ਕੋਈ ਡੂੰਗੀ ਸੋਚ ਲਾਈ ਲੱਗਦੀ ਆ। ਨਸੀਬੋ, ਸਾਡੀ ਕੁੜੀ ਸੁਖਨਾ ਜਵਾਨ ਹੋ ਗਈ ਆ, 4 ਜਮਾਤਾਂ ਵੀ ਪੜ ਗਈ ਆ। ਮੈਂ ਸੋਚਦਾ ਸੀ ਕਿ ਕੋਈ ਚੰਗਾ ਜਿਹਾ ਮੁੰਡਾ ਲੱਭ ਕੇ ਤਾਂ ਇਹਦਾ ਵਿਆਹ ਕਰ ਦੇਵਾਂ, ਪਰ ਇਹਦਾ ਪ੍ਰਿੰਸੀਪਲ ਕਹਿੰਦਾ ਆ ਕਿ ਸੀਤੋ ਪੜ੍ਹਾਈ 'ਚ ਬਹੁਤ ਹੁਸ਼ਿਆਰ ਆ। ਉਹ ਤਾਂ ਹੈ। ਇਹਨੂੰ ਸ਼ਹਿਰ ਕਾਲਜ 'ਚ ਦਾਖਲਾ ਦਵਾ ਦਿਓ। ਕਾਲਜ? ਜਵਾਨ ਜਹਾਨ ਕੁੜੀ ਤੇ ਸ਼ਹਿਰ ਦਾ ਮਾਹੌਲ ਡਰ ਜਿਹਾ ਲੱਗਦਾ। ਬਾਪੂ, ਤੇਰੀ ਧੀ ਸ਼ੇਰਨੀ ਆ, ਸ਼ੇਰਨੀ। ਉਹ ਤਾਂ ਠੀਕ ਹੈ ਧੀਏ, ਪਰ ਤੈਨੂੰ ਸ਼ਹਿਰ ਦਾ ਨਾ ਮਾਹੌਲ ਨਹੀਂ ਪਤਾ। ਬਾਪੂ, ਸ਼ੁਕਰ ਕਰ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ, ਜਿਨ੍ਹਾਂ ਸਾਨੂੰ ਦਲਿਤਾਂ ਨੂੰ ਪੜ੍ਹ ਲਿਖ ਕੇ ਸਾਨੂੰ ਜੀਣ ਦਾ ਰਸਤਾ ਦਿਖਾਇਆ, ਸਾਨੂੰ ਸਾਡੇ ਹੱਕਾਂ ਲਈ ਲੜਨਾ ਸਿਖਾਇਆ। ਇਹ ਮੁਸ਼ਕਿਲਾਂ ਤੇ ਔਕੜਾਂ ਕੁਝ ਵੀ ਨਹੀਂ ਬਾਪੂ। ਜਿਨ੍ਹਾਂ ਸਮਿਆਂ ਵਿੱਚ ਬਾਬਾ ਸਾਹਿਬ ਨੇ ਸੰਘਰਸ਼ ਕਰਕੇ ਸਾਨੂੰ ਸਾਡੇ ਹੱਕ ਦਿਲਾਏ, ਉਹੀ ਸਮਾਂ ਸਾਨੂੰ ਸਾਡੀ ਹਿੰਮਤ ਬਣ ਕੇ ਸਾਡਾ ਸਾਥ ਦੇ ਰਿਹਾ। ਇਸ ਲਈ ਤੂੰ ਫਿਕਰ ਨਾ ਕਰ ਬਾਪੂ, ਮੈਂ ਵੀ ਬਾਬਾ ਸਾਹਿਬ ਦੀ ਧੀ ਆ ਤੇ ਮੈਨੂੰ ਸਮਾਜ ਤੇ ਹਾਲਾਤਾਂ ਨਾਲ ਲੜਨਾ ਆਉਂਦਾ ਹੈ। जुग जुग जी मेरी धीए, जुग जुग जी। ਵਿਆਹ ਦੀ ਸੋਚੀ ਜਾਨਾ ਏ, ਜਦੋਂ ਦੀ ਮੈਂ ਜੰਮੀ ਤੂੰ। शायद साडी किस्मत 'ਚ ਪੁੱਤਰ ਦਾ ਸੁੱਖ ਨਹੀਂ ਆ। ਤੂੰ ਰੋ ਨਾ ਬਾਪੂ,
ਮੈਂ ਤੈਨੂੰ ਪੁੱਤਰ ਬਣ ਕੇ ਦਿਖਾਵਾਂਗੀ। ਆਦੀ ਤੂੰ ਸਕੂਲੇ ਬਾਪੂ ਫੇਰ ਘਬਰਾਈ ਨਾ, ਫੇਰ ਭਾਵੇਂ ਮੇਰੇ ਲਈ ਤੂੰ ਤਾਜ ਵੀ ਬਣਾਈ ਨਾ। ਜੱਟਾਂ ਦੀਆਂ ਗੋਹੀਆਂ ਤੇ ਹੁਣ ਮੈਨੂੰ ਲਾਈ ਨਾ, ਬਾਪੂ ਜੱਟਾਂ ਦੀਆਂ ਗੋਹੀਆਂ ਤੇ ਹੁਣ ਮੈਨੂੰ ਲਾਈ ਨਾ। आ गई सीतो। थैंक यू सीतो, जज तू ना हुंदी। ਮਨੀ ਤੂੰ ਇਹ ਸਭ ਕਰਦਾ ਹੀ ਕਿਉਂ ਹੈ? ਤੈਨੂੰ ਪਤਾ ਨਾ ਨਸ਼ਾ ਸਾਡੀ ਜ਼ਿੰਦਗੀ ਲਈ ਜ਼ਹਿਰ ਆ, ਜ਼ਹਿਰ। मैं जानदा सीतो, पर यह नशा हुण मेरी जिंदगी बन चुका है। ਹਜੇ ਵੀ ਕੁਝ ਨਹੀਂ ਵਿਗੜਿਆ, ਛੱਡ ਦੇ ਇਹ ਸਭ। ਚੱਲ ਛੱਡ ਇਹਨਾਂ ਗੱਲਾਂ ਨੂੰ, ਤੂੰ ਆਪਣੀ ਪੜ੍ਹਾਈ ਦਾ ਖਿਆਲ ਰੱਖ। ਆਖਰ ਅਫਸਰ ਬੰਨਾ ਸਾਡੇ ਪਿੰਡ ਦੀ ਕੁੜੀ ਨੇ। ਨਾਲੇ ਸੁਣ, ਸਾਡੇ ਬਾਪੂ ਨਾਲ ਜ਼ਿਆਦਾ ਪੰਗੇ ਨਾ ਲਿਆ ਕਰ। ਸਤਿ ਸ੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ੍ਰੀ ਅਕਾਲ ਵੀ, ਸਤਿ ਸ੍ਰੀ ਅਕਾਲ। ਆ ਜਾਓ ਆ ਜਾਓ, ਬੈਠੋ। ਬੜੇ ਦਿਨਾਂ ਬਾਅਦ ਅੱਜ ਪਿੰਡ ਦਾ ਕਿਹੜਾ ਲੱਗਿਆ ਹੈ? ਸਰਪੰਚ ਸਾਹਿਬ, ਅੱਜ ਮੈਂ ਤੁਹਾਡੇ ਵੱਲ ਇੱਕ ਜ਼ਰੂਰੀ ਕੰਮ ਆਇਆ। ਆਪਣੀ ਸਰਕਾਰ ਵੱਲੋਂ ਹੁਕਮ ਆਇਆ ਕਿ ਪੂਰੇ ਪੰਜਾਬ ਵਿੱਚੋਂ ਨਸ਼ਾ ਤੇ ਨਸ਼ਾਖੋਰੀ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ। ਤੁਸੀਂ ਇਸ ਪਿੰਡ ਦੇ ਸਰਪੰਚ ਹੋ, ਪੂਰੇ ਇਲਾਕੇ 'ਚ ਤੁਹਾਡਾ ਬੋਲਬਾਲਾ ਤੇ ਸੁੱਖਣਾ ਚੰਗਾ ਰਸੂਖ ਵੀ ਆ। ਸੋ ਮੈਂ ਨਹੀਂ ਚਾਹੁੰਦਾ ਇਹ ਸਭ ਹੁਣ ਮਿੱਟੀ 'ਚ ਮਿਲੇ। ਕੀ ਮਤਲਬ ਆ ਤੁਹਾਡਾ? ਸਰਪੰਚ ਸਾਹਿਬ, ਪਿੰਡ 'ਚ ਨਸ਼ਾਖੋਰੀ 'ਚ ਤੁਹਾਡੇ ਪੁੱਤ ਮਨੀ ਦਾ ਨਾਂ ਵੱਜਦਾ। ਜੇ ਉਹਨੂੰ ਸਮੇਂ ਸਿਰ ਨਾ ਰੋਕਿਆ ਗਿਆ ਨਾ, ਮੈਨੂੰ ਮਜਬੂਰਨ ਉਹਦੇ ਤੇ ਸਰਕਾਰੀ ਕਾਰਵਾਈ ਕਰਨੀ ਪੈਣੀ ਆ ਤੇ ਉਹਨੂੰ ਗ੍ਰਿਫਤਾਰ ਵੀ ਕਰਨਾ ਪੈਣਾ। ਫਿਰ ਸ਼ਾਇਦ ਮੈਂ ਤੁਹਾਡੀ ਕੋਈ ਮਦਦ ਵੀ ਨਾ ਕਰ ਸਕਾਂ। ਸਰਪੰਚ ਸਾਹਿਬ, ਹਾਲੇ ਵੀ ਵੇਲਾ ਆ, ਜਲਦ ਤੋਂ ਜਲਦ ਕੰਟਰੋਲ ਕਰੋ ਇਹਦੇ ਤੇ। ਉਹ ਤੁਹਾਡੇ ਨਾਲ ਪੁਰਾਣੇ ਸੰਬੰਧ ਆ। ਉਹ ਮੈਨੂੰ ਮੇਰਾ ਜ਼ਮੀਰ ਖਿੱਚ ਕੇ ਲੈ ਆਇਆ ਇੱਥੇ, ਨਹੀਂ ਤਾਂ ਆ ਲੋ ਥਾਣੇਦਾਰ ਸਾਹਿਬ, ਹੁਣ ਆਪੇ ਸਾਂਭ ਲੈਣਾ। ਚਲੋ। ਚਾਂਦੀ ਦੀ ਜੁੱਤੀ ਖਾ ਕੇ ਜ਼ਮੀਰ ਦੀ ਭੜਕ ਨਹੀਂ ਮਾਰਦੀ ਥਾਣੇਦਾਰ ਸਾਹਿਬ। ਆ ਚੱਕ 100 ਰੁਪਇਆ, ਜਾਂਦੇ ਜਾਂਦੇ ਗੁਰਦੁਆਰੇ ਮੱਥਾ ਟੇਕ ਜੀ। ਸ਼ਾਇਦ 2 ਨੰਬਰ ਦੀ ਕਮਾਈ 'ਚ ਬਰਕਤ ਪੈ ਹੀ ਜਾਏ। ਜੇਬਾਂ ਭਰੀ ਜਾ ਤੇ ਮੌਜਾਂ ਲੁੱਟੀ ਜਾ।
ਮੇਰੇ ਬਾਪੂ ਦੇ ਸਿਰ ਤੇ। ਓਏ ਸ਼ਰਮ ਕਰ, ਓਏ ਸ਼ਰਮ। ਓਏ ਇੱਕ ਉਮਰ ਲੱਗ ਜਾਂਦੀ ਹੈ ਇਲਾਕੇ 'ਚ ਆਪਣਾ ਰਸੂਖ ਬਣਾਉਣ ਦੇ ਲਈ, ਤੇ ਤੂੰ ਨਲਾਇਕ ਨੇ ਦਿਨਾਂ 'ਚ ਮੇਰੀ ਇੱਜ਼ਤ ਮਿੱਟੀ 'ਚ ਰੋਲ ਕੇ ਰੱਖ ਦਿੱਤੀ। ਹੁਣ ਲੋਕ ਕੀ ਕਹਿਣਗੇ? ਉਹ ਫਤਿਹ ਸਿੰਘ ਦਾ ਮੁੰਡਾ ਨਸ਼ੇੜੀ ਹੈ। ਮੈਂ ਨਸ਼ੇੜੀ? ਨਸ਼ੇੜੀ ਤਾਂ ਤੂੰ ਹੀ ਆ ਬਾਪੂ। ਨਸ਼ਾ ਤੇ ਤੈਨੂੰ ਵੀ ਆ। ਧਨ ਦੌਲਤ ਦਾ ਨਸ਼ਾ, ਤਾਕਤ ਦਾ ਨਸ਼ਾ, ਗਰੀਬਾਂ ਤੇ ਮਜ਼ਲੂਮਾਂ ਨੂੰ ਆਪਣੀ ਜੁੱਤੀ ਦੀ ਨੋਕ ਤੇ ਰੱਖਣ ਦਾ ਨਸ਼ਾ। ਮੇਰਾ ਨਸ਼ਾ ਤੇ ਸਿਰਫ ਮੈਨੂੰ ਮਾਰੂ ਬਾਪੂ, ਪਰ ਤੇਰੇ ਵਰਗਿਆਂ ਦਾ ਪੂਰੇ ਸਮਾਜ ਨੂੰ। ਨਾਲੇ ਤੂੰ ਹੀ ਤਾਂ ਕਹਿਣਾ ਹੋਣਾ ਬਾਪੂ, ਜੱਟ ਜ਼ਮੀਂਦਾਰਾਂ ਦੇ ਪੁੱਤਰ ਆ, ਬੋਝੇ 'ਚ ਕੈਸ਼ ਤੇ ਦੱਬ ਕੇ ਐਸ਼। ਓ ਚੁੱਪ ਕਰ ਸਰਦਾਰ ਜੀ। ਇਸ ਨਲਾਇਕ ਨੇ ਮੇਰੀ ਨੱਕ ਕਟਵਾ ਕੇ ਰੱਖ ਦਿੱਤੀ। ਓ ਇਹਨੂੰ ਕਿੰਨੀ ਵਾਰੀ ਸਮਝਾਇਆ ਕਿ ਨਸ਼ੇ ਤੋਂ ਦੂਰ ਰਹਿ, ਪਰ ਇਹ ਆ ਕਿ ਮੰਨਦਾ ਹੀ ਨਹੀਂ। ਇਹਨੂੰ ਕਹਿ ਨਿਕਲ ਜਾਏ ਮੇਰੇ ਘਰੋਂ ਬਾਹਰ। ਜਦ ਤੱਕ ਨਸ਼ੇ ਨਹੀਂ ਛੱਡਦਾ ਇਹਨੂੰ ਇੱਥੇ ਵੜਨ ਦੀ ਲੋੜ ਨਹੀਂ। ਕੀ ਕਰੀ ਜਾਂਦੇ ਤੁਸੀਂ? ਜਵਾਨ ਜਹਾਨ ਮੁੰਡੇ ਤੇ ਹੱਥ ਚੱਕੋਗੇ? ਜਦੋਂ ਵੇਲਾ ਸੀ ਰੋਕਣ ਦਾ, ਉਦੋਂ ਤੁਸੀਂ ਕੁਝ ਨਹੀਂ ਕੀਤਾ। ਹੁਣ ਕੀ ਫਾਇਦਾ ਨੂੰ ਕੁੱਟਣ ਦਾ? ਓਏ ਇਹਨੇ ਇੱਕ ਮਾਮੂਲੀ ਜਿਹੇ ਥਾਣੇਦਾਰ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਾਤੀ। ਨਿਕਲ, ਦਫਾ ਜਾ ਇੱਥੋਂ। ਓ ਨਿਕਲ ਵਾ। ਓ ਤੂੰ ਹਟ ਜਾ ਪਿੱਛੇ। ਬੱਜਾ ਉਹਨੂੰ ਮਾਰਨ ਦੇ। ਜਾ, ਦੁਬਾਰਾ ਵਾਪਸ ਨਹੀਂ। ਪੁੱਤ ਮੇਰੀ ਗੱਲ ਤਾਂ ਸੁਣ। ਮਨੀ ਕੀ ਗੱਲ ਬੜਾ ਉਦਾਸ ਬੈਠਾ ਹੈ? ਕੁਛ ਨਹੀਂ, ਤੂੰ ਜਾ ਇੱਥੋਂ। ਮੈਂ ਨਹੀਂ ਏਦਾਂ ਜਾਣਾ। ਕੋਈ ਗੱਲ ਤਾਂ ਜ਼ਰੂਰ ਹੈ। ਮੈਂ ਤੈਨੂੰ ਕਦੇ ਏਦਾਂ ਉਦਾਸ ਨਹੀਂ ਦੇਖਿਆ। ਤੂੰ ਮੇਰੀ ਮਾਂ ਲੱਗਦੀ, ਤੈਨੂੰ ਸਭ ਕੁਝ ਦੱਸਾਂ। ਚੱਲ ਇੱਥੋਂ। ਮਨੀ ਮੈਂ ਤੇਰੀ ਸ਼ੁਭਚਿੰਤਕ ਹਾਂ, ਤੇਰੇ ਬਚਪਨ ਦੀ ਦੋਸਤ। ਜੇ ਤੈਨੂੰ ਕੋਈ ਤਕਲੀਫ ਹੈ ਤਾਂ ਤੂੰ ਮੇਰੇ ਨਾਲ ਸਾਂਝੀ ਕਰ ਸਕਦਾ ਹੈ। ਕੱਲ ਬਾਪੂ ਨੇ ਮੈਨੂੰ ਘਰੋਂ ਕੱਢ ਦਿੱਤਾ, ਮੈਨੂੰ ਬਹੁਤ ਮਾਰਿਆ, ਨਾਲੇ ਕਹਿੰਦਾ ਮੁੜ ਸ਼ਕਲ ਨਾ ਦਿਖਾਈ। ਤੇ ਤੈਨੂੰ ਇਸ ਦੀ ਵਜ੍ਹਾ ਪਤਾ ਹੈ ਨਾ ਮਨੀ? ਹਾਂ ਮੈਨੂੰ ਪਤਾ ਇਸ ਦੀ ਵਜ੍ਹਾ। ਮੇਰਾ ਨਸ਼ਾ। ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਮਨੀ, ਛੱਡ ਦੇ ਇਹ ਨਸ਼ਾ। ਕੁਝ ਨਹੀਂ ਰੱਖਿਆ ਇਹ ਨਸ਼ਿਆਂ 'ਚ। ਮੈਂ ਵੀ ਸੁਧਰਨਾ ਚਾਹਨਾ ਸੀ ਤੋ, ਪਰ ਮੈਂ ਇਸ ਦਲਦਲ 'ਚ ਬਹੁਤ ਬੁਰੀ ਤਰ੍ਹਾਂ ਫਸ ਗਿਆ। ਮੈਂ ਤੇਰੀਆਂ ਸਾਰੀਆਂ ਬੁਰਾਈਆਂ ਦੂਰ ਕਰ ਸਕਦੀ ਹਾਂ ਜੇ ਤੂੰ ਮੇਰਾ ਸਾਥ ਦੇਵੇਂ ਤਾਂ। ਦੱਸ, ਕਰਦਾ ਹੈ ਵਾਦਾ? चल ठीक है, हुण तू घर जा ते अपने बेबे बापू तो माफी मंग, ते मैनू पूरा यकीन है कि वो तेनू माफ कर देंगे। ते ऐ फड़ किताब, ते जदों कदी तेरा नशा करन दा मन करे तू इस किताब नू पढ़ लिया करे, ते मैनू पूरा यकीन है कि तेरी जिंदगी विच आए हनेरे नू ए रोशन कर देवेगी। मैं तेरिया सारिया बुराइयां दूर कर सकती हूँ जे तू मेरा साथ देवे ता। दस, करदा है वादा? ते जदों कदी तेरा नशा करन दा मन करे तू इस किताब नू पढ़ लिया करी, ते मैनू पूरा यकीन है कि तेरी जिंदगी विच आए हनेरे नू ए रोशन कर देवेगी। किताब एक बीज दे वांग हुंदी है जो मेहनत ते लगन दी जमीन विच बीजी जाती है ते जिस विचों ज्ञान दा दरख्त उगदा है। इस दरख्त दी मिठी छां हेठां ही इंसान दी चेतना दा विकास हुंदा है।
ਚੇਤਨਾ ਜੋ ਮਨੁੱਖ ਨੂੰ ਸਿਰਫ ਕੁੱਲੀ ਤੇ ਜੁੱਲੀ ਦੇ ਗੇਟ ਤੋਂ ਬਾਹਰ ਕੱਢ ਕੇ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਦਾ ਪਰਦਾ ਫਾਸ਼ ਕਰਨ ਦਾ ਮਾਦਾ ਰੱਖਦੀ ਹੈ। ਚੇਤਨਾ ਜੋ ਮਨੁੱਖ ਨੂੰ ਬਾਸ਼ਨਾ ਦੇ ਨਸ਼ੇ ਦੇ ਚੱਕਰ ਤੋਂ ਲਾਂਭੇ ਕਰਕੇ ਇੱਕ ਮਕਸਦ ਦੇ ਰਸਤੇ ਤੇ ਤੋਰਦੀ ਹੈ। ਚੇਤਨਾ ਜੋ ਮਨੁੱਖ ਨੂੰ ਆਪਣਾ ਮੂਲ ਪਛਾਣਨ ਤੇ ਉਸ ਨੂੰ ਸਾਰਥਕ ਕਰਨ ਦੀ ਸੇਧ ਦਿੰਦੀ ਹੈ। ਕਿਤਾਬ ਸਿਰਫ ਕੁਝ ਵਰਕਿਆਂ ਦੀ ਮੁਹਤਾਜ ਨਹੀਂ ਹੁੰਦੀ, ਸਗੋਂ ਇਹ ਉਹ ਸਦੀਆਂ ਦੀ ਇਨਸਾਨੀ ਜੱਦੋ-ਜਹਿਦ ਦਾ ਪ੍ਰਤੀਬਿੰਬ ਹੁੰਦੀ ਹੈ। ਆ ਕਿਹਦਾ ਫੋਨ ਆ ਗਿਆ? ਓਹ ਮਣੀ ਦਾ। ਸਤਿ ਸ਼੍ਰੀ ਅਕਾਲ ਬਾਪੂ ਜੀ। ਓਹ ਕਿੱਦਾਂ ਮਣੀ ਪੁੱਤਰ, ਕੀ ਹਾਲ ਚਾਲ ਹੈ? ਉਹ ਕੀ ਬਣਿਆ ਤੇਰੇ ਨਤੀਜੇ ਦਾ ਹੈ? ਬਾਪੂ ਮੈਂ ਡੀਐਸਪੀ ਬਣ ਗਿਆ। ਦੇਖੀ ਕਿਵੇਂ ਟੌਰ ਬੰਦੀ ਮੇਰੇ ਬਾਪੂ ਦੀ। ਓਏ ਬੱਲੇ ਬੱਲੇ ਬੱਲੇ, ਕਿਆ ਬਾਤ ਹੈ ਮੇਰਾ ਸ਼ੇਰ ਪੁੱਤ। ਓਏ ਖੁਸ਼ ਕਰਤਾ। ਓਏ ਹੁਣ ਦੇਖੀ ਤੇਰਾ ਪਿਓ ਕਿਵੇਂ ਛਾਤੀ ਚੌੜੀ ਕਰਕੇ ਪਿੰਡ 'ਚ ਫਿਰੂਗੇ। ਲੈ ਬਾਪੂ ਹੁਣ ਤੈਨੂੰ ਲਾਲ ਬੱਤੀ ਵਾਲੀ ਗੱਡੀ 'ਚ ਘਮਾਉਂ। ਜਦੋਂ ਪਿੰਡਾਂ 'ਚ ਹੂਟਰ ਮਾਰਦੀ ਲੰਘੂ ਦੇਖੀ ਲੋਕਾਂ ਨੇ ਖੜਖੜ ਸਲੂਟ ਮਾਰਨੇ ਆ। ਓ ਲੈ ਫਿਰ ਮੇਰਾ ਪੁੱਤ ਜਲਦੀ ਆ ਜਾਗੇ। ਦੇਖੀ ਤੇਰਾ ਪਿਓ ਕਿਵੇਂ ਤੇਰੇ ਅਫਸਰ ਬਣਨ ਦੀ ਖੁਸ਼ੀ 'ਚ ਪੂਰੇ ਪਿੰਡ 'ਚ ਸਮਾਗਮ ਕਰਦਾ। ਬਾਪੂ ਕੱਲ ਹੀ ਆ ਰਿਹਾ ਮੈਂ। ਓ ਬਸ ਆ ਜਾ ਤੂੰ। ਓ ਮੈਂ ਹੁਣ ਤੋਂ ਹੀ ਤਿਆਰੀਆਂ ਕਰਦਾ ਆਪਣੇ ਡੀਐਸਪੀ ਸਾਹਿਬ ਦੇ ਸਵਾਗਤ ਦੇ ਲਈ। ਚੰਗਾ ਬਾਪੂ, ਓਕੇ ਓਕੇ, ਤੂੰ ਆ ਜਾ ਫਟਾਫਟ ਬਸ। ਹੈਂ ਇਹਨਾਂ ਨੂੰ ਵੀ ਮਿਲਣਾ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਓਏ ਸਤਿ ਸ਼੍ਰੀ ਅਕਾਲ ਮਹਾਰਾਜ, ਕੀ ਹਾਲ ਚਾਲ ਨੇ? ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਮੁੰਡੇ ਨੇ ਪੜ੍ਹ ਲਿਖ ਕੇ ਪੂਰੇ ਇਲਾਕੇ 'ਚ ਬੱਲੇ ਬੱਲੇ ਕਰਾਤੀ। ਉਹ ਸਭ ਤੁਹਾਡੇ ਕਰਕੇ। ਚਾਚਾ ਮਣੀ ਦੀ ਗੱਡੀ ਆ ਗਈ। ਓਏ ਆ ਗਿਆ ਮੇਰਾ ਪੁੱਤ। ਓ ਮੇਰਾ ਪੁੱਤ ਮੱਥਾ ਟੇਕਦਾ ਬਾਪੂ ਜੀ। ਜਿਉਂਦਾ ਰਹਿ ਜਿਉਂਦਾ ਰਹਿ, ਜੱਫੀ ਪਾ। ਓਏ ਜੁਗ ਜੁਗ ਜੀ ਮੇਰੇ ਪੁੱਤਰ। ਓਏ ਤੂੰ ਤਾਂ ਮੇਰਾ ਸੀਨਾ ਫਕਰ ਨਾਲ ਚੌੜਾ ਕਰਤਾ। ਦੇਖ ਬਾਪੂ ਆਪਣੇ ਪੁੱਤ ਦੀ ਅਫਸਰਾਂ ਵਾਲੀ ਵਰਦੀ, ਜੱਟ ਫੱਬਦਾ ਨਾ। ਤੇਰੀ ਪੈਣਾ ਪਿੱਛੇ ਮਾਤਾ। ਹਟੋ ਜੀ, ਮੈਨੂੰ ਵੀ ਮਿਲਣ ਦਿਓ। ਚੁਗ ਚੁਗ ਜੀਵੇ ਮੇਰਾ ਲਾਲ, ਕਿਸੇ ਦੀ ਮਾੜੀ ਨਜ਼ਰ ਨਾ ਲੱਗੇ ਮੇਰੇ ਪੁੱਤ ਨੂੰ। ਓਏ ਨਹੀਂ ਨਜ਼ਰ ਲੱਗਦੀ ਓ ਤੇਰੇ ਪੁੱਤਰ ਨੂੰ। ਓਏ ਰਾਜਿਆਂ ਦੇ ਪੁੱਤਰ ਰਾਜੇ ਹੀ ਬੰਦੇ ਆ। ਉਹ ਪੂਰੇ 300 ਪਿੰਡਾਂ ਦਾ ਰਾਜਾ ਬਣ ਗਿਆ ਮੇਰਾ ਪੁੱਤ। ਹੁਣ ਮੈਂ ਦੇਖਦਾ ਤੇਰੇ ਸਾਹਮਣੇ ਕੌਣ ਖੜਦਾ। ਬਸ ਬਾਪੂ ਤੂੰ ਮੈਨੂੰ ਆਸ਼ੀਰਵਾਦ ਦੇ, ਸਾਰੇ ਹੀ ਇਲਾਕੇ ਦੀ ਸੇਵਾ ਕਰ ਸਕਾਂ ਤੇ ਇਸ ਵਰਦੀ ਦਾ ਮਾਣ ਰੱਖ ਸਕਾਂ। ਉਹ ਤੂੰ ਫਤਿਹ ਸਿੰਘ ਦਾ ਪੁੱਤਰ ਹੈ, ਫਤਿਹ ਸਿੰਘ ਦਾ। ਉਹ ਦੇਖੀ ਤਰੱਕੀ ਕਿਵੇਂ ਤੇਰੇ ਪੈਰ ਚੁੰਮਦੀ ਹੈ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਤੂੰ? ਹਾਂਜੀ ਸਰਦਾਰ ਸਾਹਿਬ, ਮੈਂ ਸੀਤਲ ਕੌਰ। ਮੈਂ ਸੋਚਿਆ ਆਪਣੇ ਪਿੰਡ ਦੇ ਬਜ਼ੁਰਗਾਂ ਤੋਂ ਆਪਣੇ ਹਿੱਸੇ ਦਾ ਆਸ਼ੀਰਵਾਦ ਲੈ ਹੀ ਆਵਾਂ, ਕਿਉਂਕਿ ਇੱਕ ਅਫਸਰੀ ਹੁਣ ਮੇਰੇ ਹਿੱਸੇ ਵੀ ਆ ਗਈ ਹੈ। ਸੋ ਦਿਓ ਫਿਰ ਥਾਪੜਾ, ਕਿਉਂਕਿ ਮੇਰੀ ਇਸ ਕਾਮਯਾਬੀ ਦੇ ਪਿੱਛੇ ਤੁਹਾਡਾ ਸਭ ਤੋਂ ਵੱਡਾ ਯੋਗਦਾਨ ਹੈ ਸਰਦਾਰ ਸਾਹਿਬ। ਨਾ ਤੁਸੀਂ ਆਪਣੀ ਅਣਖ ਤੇ ਸਰਪੰਚ ਹੋਣ ਦਾ ਰੋਪ ਸਾਡੇ ਤੇ ਪਾਉਂਦੇ ਤੇ ਨਾ ਸਾਡੀ ਅਣਖ ਜਾਗਦੀ। ਇਹ ਪੜ੍ਹਨਾ ਲਿਖਣਾ, ਅਫਸਰ ਬਣਨਾ ਏ ਸਰਦਾਰਾਂ ਦੇ ਨਿਆਣਿਆਂ ਦਾ ਕੰਮ ਹੁੰਦਾ। ਉਹ ਤੁਹਾਡਾ ਕੰਮ ਆ ਸਾਡੇ ਡੰਗਰਾਂ ਦਾ ਗੋਹਾ ਚੁੱਕਣਾ। ਬਸ ਤੁਸੀਂ ਗੋਹੇ ਤੱਕ ਹੀ ਸੋਚਿਆ ਕਰੋ। ਜੇ ਸਭ ਕੁਝ ਬਰਾਬਰ ਦਾ ਚੱਲਦਾ ਰਹਿੰਦਾ, ਕਿਸੇ ਵੀ ਤਰ੍ਹਾਂ ਦਾ ਜਾਤ-ਪਾਤ, ਅਮੀਰੀ ਗਰੀਬੀ ਦਾ ਭੇਦਭਾਵ ਨਾ ਹੁੰਦਾ, ਤਾਂ ਮੇਰੇ ਜਹੀਆਂ ਹੋਰ ਵੀ ਕਈ ਕੁੜੀਆਂ ਇਸ ਪਿੰਡ ਦਾ ਨਾਂ ਰੋਸ਼ਨ ਕਰਦੀਆਂ। ਤੁਹਾਡੀ ਮਨੋਵਾਦੀ ਸੋਚ ਨੇ ਕਈ ਮਜਲੂਮਾਂ ਦੇ ਹੱਕਾਂ ਨੂੰ ਦਬਾ ਕੇ ਰੱਖ ਦਿੱਤਾ। ਯਾਦ ਹੈ ਸਰਪੰਚ ਸਾਹਿਬ, ਤੁਸੀਂ ਇੱਕ ਦਿਨ ਕਿਹਾ ਸੀ ਕਿ ਸਾਡੀ ਔਕਾਤ ਨਹੀਂ ਤੁਹਾਡੇ ਨਾਲ ਅੱਖ ਮਿਲਾਉਣ ਦੀ, ਤੇ ਮੈਂ ਉਸੇ ਦਿਨ ਤੋਂ ਠਾਣ ਲਿਆ ਸੀ
ਕਿ ਤੁਹਾਡੇ ਅੱਗੇ ਸਿਰ ਝੁਕਾ ਕੇ ਨਹੀਂ, ਸਿਰ ਚੁੱਕ ਕੇ ਖੜਾਂਗੀ। ਤੇ ਅੱਜ ਉਹ ਦਿਨ ਆ ਗਿਆ ਸਰਦਾਰ ਸਾਹਿਬ। ਮੇਰੀ ਇਹ ਤਰੱਕੀ ਮੈਨੂੰ ਮੇਰੀ ਜਾਤ ਕਰਕੇ ਨਹੀਂ, ਮੇਰੀ ਕਾਬਲੀਅਤ ਤੇ ਮਿਹਨਤ ਕਰਕੇ ਮਿਲੀ ਹੈ। ਤਾਂ ਹੀ ਮੈਂ ਅੱਜ ਇਸ ਮੁਕਾਮ ਤੇ ਆ। ਓਏ ਸਰਦਾਰ ਫਤਿਹ ਸਿੰਘ ਦੇ ਸਾਹਮਣੇ ਖੜਨ ਦੀ ਜੁਰਤ ਅੱਜ ਤੱਕ ਕਿਸੇ ਨੇ ਨਹੀਂ ਕੀਤੀ। ਉਹ ਤੂੰ ਤਾਂ ਕੀ ਚੀਜ਼ ਹੈ? ਸਾਡੇ ਘਰ ਦੇ ਉੱਤੋਂ ਦੀ ਉੜਦਾ ਹੋਇਆ ਪਰਿੰਦਾ ਵੀ ਆਪਣਾ ਰਾਹ ਬਦਲ ਲੈਂਦਾ ਹੈ। ਉਹ ਤੁਸੀਂ ਸਾਡੇ ਘਰਾਂ ਚੋਂ ਗੋਹਾ ਚੁੱਕਣ ਵਾਲੇ ਲੋਕ, ਉਹ 4 ਜਮਾਤਾਂ ਕੀ ਪੜ ਗਏ, ਸਾਡੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦੇ ਹੋ। ਓਏ ਮੈਂ ਕਰਦਾ ਤੇਰੀ ਬਰਾਬਰੀ। ਹੋਸ਼ ਕਰ ਬਾਪੂ, ਇਹ ਤੇਰੇ ਪਿੰਡ ਦੀ ਪੰਚਾਇਤ ਨਹੀਂ ਜਿੱਥੇ ਤੂੰ ਆਪਣੀ ਮਨਮਰਜ਼ੀਆਂ ਕਰਦਾ ਫਿਰੇ। ਤੈਨੂੰ ਪਤਾ ਹੈ ਕਿ ਜੁਡੀਸ਼ੀਅਲ ਮੈਜਿਸਟ੍ਰੇਟ ਨਾਲ ਗੁਸਤਾਖੀ ਕਰਨ ਦੀ ਕੀ ਸਜ਼ਾ ਹੋ ਸਕਦੀ ਹੈ? ਜੁਡੀਸ਼ੀਅਲ ਮੈਜਿਸਟ੍ਰੇਟ? ਜੀ ਸਰਦਾਰ ਸਾਹਿਬ, ਸੀਤਲ ਕੌਰ, ਜੁਡੀਸ਼ੀਅਲ ਮੈਜਿਸਟ੍ਰੇਟ। ਤੇ ਇੱਕ ਮੈਜਿਸਟ੍ਰੇਟ ਤੇ ਹਮਲਾ ਕਰਨ ਦੇ ਜੁਰਮ ਵਿੱਚ ਮੈਂ ਤੁਹਾਨੂੰ ਗ੍ਰਿਫਤਾਰ ਵੀ ਕਰਵਾ ਸਕਦੀ ਹਾਂ ਤੇ ਇਸ ਵਿੱਚ ਤੁਹਾਡਾ ਪੁੱਤਰ ਵੀ ਕੁਝ ਨਹੀਂ ਕਰ ਸਕਦਾ। ਉਹ ਬਸ ਕਰ ਬਾਪੂ, ਬਸ ਕਰ। ਛੱਡ ਦੇ ਊਚ ਨੀਚ ਜਾਤ ਪਾਤ ਦੀਆਂ ਗੱਲਾਂ। ਕਈ ਸਾਲਾਂ ਤੋਂ ਪਿੰਡ ਦਾ ਮੋਹਰੀ ਆ ਤੂੰ, ਸਾਰਾ ਪਿੰਡ ਤੇਰੀ ਇੱਜ਼ਤ ਕਰਦਾ। ਆਪਣੀ ਸੋਚ ਬਦਲ ਤੇ ਇਸ ਇਲਾਕੇ ਨੂੰ ਲੋਕਾਂ ਦਾ ਸਾਂਝਾ ਪਿੰਡ ਬਣਾ। ਓਏ ਸ਼ਾਬਾਸ਼ ਪੁੱਤਰਾ, ਸ਼ਾਬਾਸ਼। ਓਏ ਮੈਂ ਪੜ੍ਹਾ ਲਿਖਾ ਕੇ ਤੈਨੂੰ ਐਡਾ ਵੱਡਾ ਅਫਸਰ ਬਣਾਇਆ ਤੇ ਤੂੰ ਅੱਜ ਮੈਨੂੰ ਨਸੀਹਤਾਂ ਦਿੰਦਾ ਪਿਆ। ਇਹ ਅਫਸਰੀ ਮੈਨੂੰ ਤੇਰੇ ਕਰਕੇ ਨਹੀਂ, ਐਸੇ ਸੀਤਲ ਕੌਰ ਕਰਕੇ ਮਿਲੀ ਹੈ ਬਾਪੂ। ਨਹੀਂ ਤਾਂ ਤੇਰੀਆਂ ਸ਼ਹਿਹਾਂ ਤੇ ਖੁੱਲਾ ਨੇ ਤਾਂ ਮੈਨੂੰ ਅਵਾਰਾ ਤੇ ਨਸ਼ੇੜੀ ਬਣਾ ਕੇ ਰੱਖ ਦਿੱਤਾ ਸੀ। ਜਦੋਂ ਤੂੰ ਮੈਨੂੰ ਘਰੋਂ ਕੱਢਿਆ ਸੀ। ਨਿਕਲ, ਦਫਾ ਜਾ ਇੱਥੋਂ, ਦੁਬਾਰਾ ਵਾਪਸ ਨਹੀਂ। ਜੇ ਸੀਤਲ ਕੌਰ ਮੈਨੂੰ ਨਾ ਸਾਂਭਦੀ ਤਾਂ ਅੱਜ ਤੱਕ ਇਸ ਨਸ਼ੇ ਦੀ ਦੁਨੀਆ ਵਿੱਚ ਕਰ ਕੇ ਮੈਂ ਮਰ ਜਾਣਾ ਸੀ। ਮੈਂ ਤੇਰੀਆਂ ਸਾਰੀਆਂ ਬੁਰਾਈਆਂ ਦੂਰ ਕਰ ਸਕਦੀ ਹਾਂ ਜੇ ਤੂੰ ਮੇਰਾ ਸਾਥ ਦੇਵੇਂ ਤਾਂ। ਬੜੀ ਠੀਕ ਕਹਿੰਦਾ ਸਰਦਾਰ ਸਾਹਿਬ। ਅਸੀਂ ਅੱਜ ਤੱਕ ਇਹ ਸਮਝਦੇ ਰਹੇ ਕਿ ਇਨਸਾਨ ਦਾ ਰੁਤਬਾ ਪੈਸੇ ਨਾਲ, ਉੱਚੀ ਜਾਤ ਪਾਤ ਨਾਲ ਹੀ ਹੈ, ਜਦ ਕਿ ਅਸੀਂ ਭੁੱਲ ਚੁੱਕੇ ਸੀ ਕਿ ਉਸ ਪਰਮਾਤਮਾ ਨੇ ਹਰ ਇਨਸਾਨ ਨੂੰ ਇੱਕੋ ਹੱਡ ਮਾਸ ਦਾ ਬਣਾਇਆ। ਇਹ ਜਾਤ ਪਾਤ, ਊਚ ਨੀਚ, ਪੈਸਾ, ਰੁਤਬਾ, ਇਹ ਸਭ ਤਾਂ ਸਾਡੇ ਆਪਣੇ ਬਣਾਏ ਹੋਏ ਨੇ। ਜਿਸ ਕੁੜੀ ਤੋਂ ਅਸੀਂ ਆਪਣੇ ਪਸ਼ੂਆਂ ਦਾ ਗੋਹਾ ਚੁਕਾਉਂਦੇ ਰਹੇ, ਸਾਨੂੰ ਇਹ ਲੱਗਦਾ ਸੀ ਕਿ ਇਹ ਨੀਵੀਂ ਜਾਤ ਦੀ ਹੈ। ਅੱਜ ਤੁਸੀਂ ਦੇਖੋ, ਉਹਨੇ ਆਪਣੀ ਮਿਹਨਤ ਦੇ ਨਾਲ ਆਪਣੇ ਆਪ ਨੂੰ ਸਭ ਤੋਂ ਉੱਚਾ ਸਾਬਿਤ ਕਰ ਦਿੱਤਾ। ਸਮਾਂ ਸੱਚਮੁੱਚ ਬਦਲ ਗਿਆ ਸਰਦਾਰ ਸਾਹਿਬ, ਸੱਚਮੁੱਚ ਬਦਲ ਗਿਆ। ਮੈਨੂੰ ਮਾਫ ਕਰ ਦਿਓ ਮੇਰੇ ਬੱਚਿਓ, ਇਹਦੇ 'ਚ ਮੇਰਾ ਵੀ ਕੋਈ ਕਸੂਰ ਨਹੀਂ। ਓਏ ਅਸੀਂ ਰਹਿੰਦੇ ਹੀ ਉਸ ਸਮਾਜ 'ਚ ਜਿੱਥੇ ਬੰਦੇ ਦੀ ਪਹਿਚਾਣ ਉਸ ਦੀ ਜਾਤ ਨਾਲ ਹੁੰਦੀ ਹੈ। ਸਰਦਾਰ ਸਾਹਿਬ, ਬੰਦੇ ਦੀ ਬਰਾਬਰੀ ਪੈਸੇ ਜਾਂ ਉਸ ਦੀ ਜਾਤ ਨਾਲ ਨਹੀਂ, ਉਸ ਦੇ ਗਿਆਨ ਨਾਲ ਹੈ। ਨਹੀਂ ਤਾਂ ਖੁਦ ਹੀ ਦੇਖ ਲਓ, ਤੁਸੀਂ ਉੱਚੀ ਜਾਤ ਤੇ ਰੁਤਬੇ ਵਾਲੇ ਅੱਜ ਮੇਰੇ ਜਿਹੀ ਦਲਿਤ ਕੌਮ ਦੀ ਧੀ ਅੱਗੇ ਇੱਕ ਮਾਮੂਲੀ ਜਿਹੇ ਇਨਸਾਨ। ਮੇਰੀ ਬਰਾਬਰੀ ਪੈਸੇ ਨਾਲ ਨਹੀਂ, ਗਿਆਨ ਦੀ ਹੈ। ਬਸ ਕਰਦੀ ਹੈ, ਮੈਨੂੰ ਹੋਰ ਸ਼ਰਮਿੰਦਾ ਨਾ ਕਰ। ਮੈਂ ਵਾਅਦਾ ਕਰਦਾ ਤੁਹਾਡੇ ਸਾਰਿਆਂ ਦੇ ਨਾਲ ਕਿ ਅੱਜ ਤੋਂ ਬਾਅਦ ਕਿਸੇ ਨਾਲ ਕੋਈ ਧੱਕਾ ਨਹੀਂ ਹੋਏਗਾ, ਚਾਹੇ ਉਹ ਕਿਸੇ ਵੀ ਜਾਤ ਜਾਂ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ, ਕਿਉਂਕਿ ਮੈਨੂੰ ਪੜ੍ਹਾਈ ਦੀ ਅਹਿਮੀਅਤ ਸਮਝ ਆ ਗਈ ਹੈ। ਮੈਂ ਚਾਹੁੰਦਾ ਕਿ ਮੇਰੇ ਪਿੰਡ ਦਾ ਹਰੇਕ ਬੱਚਾ ਪੜ੍ਹਿਆ ਲਿਖਿਆ ਹੋਵੇ, ਕਿਉਂਕਿ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਕੌਣ ਸੀਤੋ ਤੋਂ ਮੈਜਿਸਟ੍ਰੇਟ ਸੀਤਲ ਕੌਰ ਬਣ ਕੇ ਤੁਹਾਡੇ ਪਿੰਡ ਦਾ ਨਾਂ ਰੋਸ਼ਨ ਕਰ ਦੇਵੇ, ਪਿੰਡ ਦਾ ਨਾਂ ਰੋਸ਼ਨ ਕਰ ਦੇਵੇ।